ਸਨਮਾਨਯੋਗ ਗੁਰੂ ਕੀ ਸਾਜੀ ਹੋਈ। ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਿਨਿਮਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚੋਂ ਰਾਵਣ ਦੇ ਸੁਪੁੱਤਰ, ਜਿਹਨੂੰ ਇੰਦਰਜੀਤ ਵੀ ਕਹਿੰਦੇ ਆ ਤੇ ਮੇਘਨਾਥ ਵੀ ਕਹਿੰਦੇ ਆ ਜਿਹਨੂੰ, ਤੇ ਕੁਝ ਗ੍ਰੰਥਾਂ ਦੇ ਵਿੱਚ ਉਹਦਾ ਨਾਮ ਮੇਘਨਾਥ ਵੀ ਆਇਆ। ਉਹਦੀ ਕਥਾ ਜੋ ਹੈ ਆਪਾਂ ਸਰਵਣ ਕਰਾਂਗੇ। ਸੋ ਗੁਰੂ ਪਿਆਰਿਓ, ਸ਼੍ਰੀ ਰਾਮ ਅਵਤਾਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਮੇਘਨਾਥ ਦਾ ਯੁੱਧ ਵਰਣਨ ਕੀਤਾ। ਇਹ ਬੜਾ ਬਲੀ ਯੋਧਾ ਸੀਗਾ, ਕਿਉਂਕਿ ਇਹਨੇ ਇੰਦਰ ਨੂੰ ਵੀ ਫਤਿਹ ਕਰ ਲਿਆ ਸੀ। ਇਸ ਕਰਕੇ ਇਹਨੂੰ ਇੰਦਰਜੀਤ ਵੀ ਕਿਹਾ ਜਾਂਦਾ, ਇੰਦਰ ਨੂੰ ਫਤਿਹ ਕਰਨ ਵਾਲਾ। ਤੇ ਮੈਂ ਪਹਿਲਾਂ ਆਪ ਜੀ ਦੇ ਨਾਲ ਥੋੜ੍ਹੀ ਜਿਹੀ ਵਿਚਾਰ ਕਰਾਂ, ਫਿਰ ਆਪਾਂ ਇਹ ਇੰਦਰਜੀਤ ਮੇਘਨਾਥ ਦੀ ਜਿਹੜੀ ਕਥਾ ਹੈ ਉਹ ਅੱਗੇ ਸਰਵਣ ਕਰਾਂਗੇ। ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਇੰਨਾ ਸਮਾਂ ਨਹੀਂ ਸੀ ਕਿ ਉਹ ਦਸਮ ਗ੍ਰੰਥ ਸਾਹਿਬ ਦੀ ਰਚਨਾ ਕਰਦੇ। ਗੁਰੂ ਸਾਹਿਬ ਜੀ ਦੀ ਉਮਰ 42 ਸਾਲ ਆ। 42 ਸਾਲ ਦੀ ਉਮਰ ਵਿੱਚ ਉਹਨਾਂ ਨੇ 14 ਯੁੱਧ ਕੀਤੇ ਆ। ਮਹਾਰਾਜ ਜੀ ਦੀਆਂ 14 ਜੰਗਾਂ, ਜਿਨ੍ਹਾਂ ਦੇ ਬਾਰੇ ਬੜੇ ਹੀ ਵਿਸਥਾਰ ਦੇ ਨਾਲ ਕਦੋਂ, ਕਿੱਥੇ ਤੇ ਮਹਾਰਾਜ ਨੇ ਕਿਹਦੇ ਨਾਲ ਜੰਗ ਕੀਤੀ ਆ, ਇਹ 14 ਜੰਗਾਂ ਬਾਰੇ ਪਹਿਲਾਂ ਵੀ ਇਤਿਹਾਸ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਆਪ ਜੀ ਨੇ ਸਰਵਣ ਕੀਤੀ ਹੋਵੇਗੀ, ਜਿਹੜੀਆਂ ਵੀ ਸੰਗਤਾਂ ਲੜੀਵਾਰ ਕਥਾ ਸਰਵਣ ਕਰਦੀਆਂ। ਤਾਂ ਗੁਰੂ ਸਾਹਿਬ ਜੀ ਕੋਲ ਕੁਝ ਕਹਿੰਦੇ ਨੇ ਕਿ ਇੰਨਾ ਸਮਾਂ ਨਹੀਂ ਸੀ ਕਿ ਉਹ ਇਸ ਤਰ੍ਹਾਂ ਦੀ ਕਥਾ ਰਮਾਇਣ ਬਾਰੇ, ਅਵਤਾਰਾਂ ਬਾਰੇ ਜਾਂ ਦਸਮ ਗ੍ਰੰਥ ਦੀ ਰਚਨਾ ਕਰਦੇ। ਗੁਰੂ ਪਿਆਰਿਓ, ਅਸੀਂ ਗੁਰੂ ਨੂੰ ਆਪਣੇ ਵਰਗਾ ਹੀ ਸਮਝ ਲੈਂਦੇ ਹਾਂ। ਪਹਿਲੀ ਗਲਤੀ ਤਾਂ ਇਹ ਹੋ ਜਾਂਦੀ ਆ ਵੀ ਜਿਹੋ ਜਿਹੇ ਅਸੀਂ ਆਪ ਹਾਂ ਉਹੋ ਜਿਹੇ ਅਸੀਂ ਗੁਰੂ ਨੂੰ ਮੰਨ ਲੈਂਦੇ ਹਾਂ ਵੀ ਸਾਡੇ ਗੁਰੂ ਇਹੋ ਜਿਹੇ ਸਾਡੇ ਵਰਗੇ ਹੀ ਹੋਣਗੇ। ਇਹ ਉਹਨਾਂ ਦੀ ਵਿਚਾਰਧਾਰਾ। ਕੁਝ ਲੋਕ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਗ੍ਰੰਥ ਹੀ ਨਹੀਂ ਦਸਮ ਗ੍ਰੰਥ। ਜਿੰਨੀ ਵੀ ਸਾਰੀ ਅਰਦਾਸ ਆ ਨਾ, ਮੈਂ ਤੁਹਾਨੂੰ ਦੱਸ ਦੇਵਾਂ, ਪ੍ਰਥਮ ਭਗਉਤੀ ਸਿਮਰਕ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ, ਇਹ ਦਸਮ ਗ੍ਰੰਥ ਵਿੱਚ ਹੀ ਹੈ। ਜਾਪ ਸਾਹਿਬ ਦੀ ਬਾਣੀ, ਅਕਾਲ ਉਸਤਤ ਬਾਣੀ, ਹੋਰ ਬੜਾ ਕੁਝ ਕੀਮਤੀ ਖਜ਼ਾਨਾ ਦਸਮ ਗ੍ਰੰਥ ਵਿੱਚ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਬੇਸ਼ੱਕ ਆਪਣੇ ਗ੍ਰੰਥ ਨੂੰ, ਆਪਣੀ ਲਿਖੀ ਰਚਨਾ ਨੂੰ ਇੰਨੀ ਮਾਨਤਾ ਨਹੀਂ ਦਿੱਤੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰਤਾ ਗੱਦੀ ਦਿੱਤੀ ਹੈ। ਪਰ ਮਹਾਰਾਜ ਦੀ ਆਪਣੀ ਬਾਣੀ ਜਿਹੜੀ ਹੋਵੇ, ਉਹਨੂੰ ਜਿਹੜੀ ਆ ਉਹਦਾ ਸਤਿਕਾਰ ਕਰਨਾ, ਇਹ ਸਿੱਖਾਂ ਦਾ, ਸਿੰਘ ਦਾ, ਖਾਲਸੇ ਦਾ ਫਰਜ਼ ਬਣਦਾ। ਤਾਂ ਦਮਦਮਾ ਸਾਹਿਬ, ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਪਿਆਰਿਓ, ਇਹਨਾਂ ਗ੍ਰੰਥਾਂ ਦੀ ਜਿਹੜੀ ਵਿੱਦਿਆ ਹੈ, ਇਹ ਵਿੱਦਿਆ ਉੱਥੇ ਫਿਰ ਪੜ੍ਹਾਈ ਜਾਂਦੀ ਆ। ਤੇ ਦਸਮ ਗ੍ਰੰਥ ਸਾਹਿਬ ਜੀ ਦਾ ਤਖਤਾਂ ਦੇ ਉੱਪਰ ਪ੍ਰਕਾਸ਼ ਵੀ ਆ। ਹਜ਼ੂਰ ਸਾਹਿਬ ਜਾਓਗੇ, ਉੱਥੇ ਦਸਮ ਗ੍ਰੰਥ ਦੀ ਬਾਣੀ ਦਾ ਪ੍ਰਕਾਸ਼ ਆ। ਤੇ ਮੈਂ ਹੋਰ ਆਪ ਜੀ ਨੂੰ ਦੱਸ ਦੇਵਾਂ, ਪਹਿਲਾਂ ਮੇਘਨਾਥ ਦੀ ਕਥਾ ਆਪਾਂ ਅੱਗੇ ਸਰਵਣ ਕਰਾਂਗੇ ਸਾਰੀ, ਜੋ ਦਸਮ ਗ੍ਰੰਥ ਵਿੱਚ ਆ। ਪਹਿਲਾਂ ਮੈਂ ਸ਼ੰਕੇ ਦੂਰ ਕਰਨੇ। ਅੱਜ ਕੁਝ ਇਹੋ ਜਿਹੀਆਂ ਗੱਲਾਂ ਸੀਗੀਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਪ੍ਰਚਾਰੀਆਂ ਗਈਆਂ, ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਲੋੜ ਆ। ਤਾਂ ਗੁਰੂ ਪਿਆਰਿਓ, 3 ਬਾਣੀਆਂ ਅੰਮ੍ਰਿਤ ਸੰਚਾਰ ਦੇ ਸਮੇਂ ਜਿਹੜੀਆਂ 5 ਸਿੰਘ ਸਾਹਿਬਾਨ ਪੜ੍ਹਦੇ ਨੇ, ਸਰਵਣ ਕਰਵਾਉਂਦੇ ਨੇ, ਨਿਤਨੇਮ ਦੀਆਂ ਬਾਣੀਆਂ, ਉਹ ਸਾਡੀਆਂ ਦਸਮ ਗ੍ਰੰਥ ਵਿੱਚੋਂ ਹੀ ਆ। ਜਾਪ ਸਾਹਿਬ ਦੀ ਬਾਣੀ, ਤੋ ਪ੍ਰਸਾਦ ਸਵਈਏ, ਚੌਪਈ ਸਾਹਿਬ ਦੀ ਬਾਣੀ, ਇਹ ਦਸਮ ਗ੍ਰੰਥ ਵਿੱਚੋਂ ਹੀ ਆ। ਖੰਡੇ ਬਾਟੇ ਦੀ ਜਿਹੜੀ ਮਰਿਆਦਾ, ਉਹ ਵੀ ਦਸਮ ਗ੍ਰੰਥ ਸਾਹਿਬ ਜੀ ਦੁਆਰਾ ਹੀ ਬਣਦੀ ਆ। ਫੇਰ ਹੀ ਉਹ ਸੰਪੂਰਨ ਹੁੰਦੀ ਹੈ, ਜਦੋਂ ਦਸਮ ਦੀਆਂ ਬਾਣੀਆਂ ਪੜ੍ਹੀਆਂ ਜਾਂਦੀਆਂ। ਤੇ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਡਾ ਸਾਰਾ ਕੁਝ ਹੀ ਨੇ, ਸਾਡੇ ਲਈ ਸਭ ਕੁਝ ਹੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਆ, ਸਿੱਖਾਂ ਲਈ, ਸਿੰਘ ਲਈ, ਖਾਲਸੇ ਲਈ। ਤਾਂ ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਆਪਸ ਵਿੱਚ ਜੁੜੀਆਂ ਹੋਈਆਂ। ਇਹਨਾਂ ਨੂੰ ਵੱਖਰਾ ਵੱਖਰਾ ਕਰਨਾ ਇਹ ਬਹੁਤ ਮੰਦੀ ਗੱਲ ਆ, ਮਾੜੀ ਗੱਲ ਆ, ਇਹ ਬੁਰੀ ਗੱਲ ਆ ਉਹਨਾਂ ਵਾਸਤੇ ਜਿਹੜੇ ਸਮਝਦੇ ਨਹੀਂ, ਪੜ੍ਹਦੇ ਨਹੀਂ ਹਨ। ਗੁਰਸਿੱਖ ਪਿਆਰਿਓ, ਜਿਹੜੀ ਅਰਦਾਸ ਆ ਸਾਡੀ, ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਇਹ ਸਾਰੀਆਂ ਜੋ ਵੀ ਮਹਾਰਾਜ ਜੀ ਦਾ ਨਾਮ ਆਉਂਦਾ ਨਾ, ਇਹ ਵੀ ਚੰਡੀ ਦੀ ਵਾਰ ਵਿੱਚ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਹੀ ਆ। ਗੁਰੂ ਅਰਜਨ ਦੇਵ ਜੀ ਤੱਕ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 5ਵੇਂ ਪਾਤਸ਼ਾਹ ਜੀ ਤੱਕ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਨਾਮ ਹੈ
ਪਰ ਅੱਗੇ ਗੁਰੂ ਪਿਆਰਿਓ ਜਿੰਨੇ ਨਾਮ ਹਨ 6ਵੇਂ 7ਵੇਂ 8ਵੇਂ 9ਵੇਂ 10ਵੇਂ ਗੁਰੂ ਗੁਰਸਿੱਖ ਪਿਆਰਿਓ, ਇਹਨਾਂ ਸਾਰੇ ਗੁਰੂਆਂ ਦਾ ਨਾਮ 10ਮ ਗ੍ਰੰਥ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਦਰਜ ਕੀਤਾ। 9 ਪਾਤਸ਼ਾਹੀਆਂ ਤੱਕ ਤੇ 10ਵੀਂ ਉਹਨਾਂ ਦੀ ਖੁਦ ਦੀ ਰਚਨਾ ਬਚਿੱਤਰ ਨਾਟਕ, ਜਿਹਦੇ ਵਿੱਚ ਉਹਨਾਂ ਦਾ ਆਪਣਾ ਨਾਮ ਆਉਂਦਾ ਹੈ। ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਸ਼ੰਕਾਵਾਦੀ ਹੋ ਕੇ ਥੋੜ੍ਹਾ ਸੁਣਿਆ ਕਰੋ, ਕਿਉਂਕਿ ਬਹੁਤ ਚੀਜ਼ਾਂ ਇਹੋ ਜਿਹੀਆਂ ਹੋ ਜਾਂਦੀਆਂ ਤੁਹਾਡੇ ਮਨ ਦੇ ਵਿੱਚ ਵੀ ਪਤਾ ਨਹੀਂ ਇਸ ਤਰ੍ਹਾਂ ਕਿਉਂ ਬੋਲਿਆ ਗਿਆ, ਵੀ ਸਾਡੀ ਸੋਚ ਇੰਨੀ ਜ਼ਿਆਦਾ ਛੋਟੀ ਹੋ ਗਈ ਕਿ ਅਸੀਂ ਗੁਰੂ ਨੂੰ ਆਪਣੇ ਵਰਗਾ ਹੀ ਸਮਝ ਲਿਆ। ਅਸੀਂ ਗੁਰੂ ਨੂੰ ਇਹ ਸਮਝਿਆ ਵੀ ਗੁਰੂ ਸਾਡੇ ਵਰਗਾ ਹੀ ਆ। ਗੁਰੂ ਪਾਤਸ਼ਾਹ ਜੀ ਨੇ ਬੇਸ਼ੱਕ 14 ਜੰਗਾਂ ਕੀਤੀਆਂ ਨੇ, ਕੋਈ ਸ਼ੱਕ ਨਹੀਂ। ਹਰ ਜੰਗ ਦੇ ਵਿੱਚ ਮਹਾਰਾਜ ਜੀ ਦੀ ਫਤਿਹ ਹੋਈ ਹੈ, ਕਲਗੀਧਰ ਮਹਾਰਾਜ ਜੀ ਦੀ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਕਿਸੇ ਗ੍ਰੰਥ ਦੀ ਰਚਨਾ ਨਹੀਂ ਕੀਤੀ। ਉਹਨਾਂ ਕੋਲ ਅਖੇ ਜੀ ਕੁਝ ਲੋਕ ਕਹਿੰਦੇ ਇੰਨਾ ਸਮਾਂ ਹੀ ਨਹੀਂ ਸੀਗਾ ਗੁਰੂ ਗੋਬਿੰਦ ਸਿੰਘ ਜੀ ਕੋਲ। ਗੁਰੂ ਗੋਬਿੰਦ ਸਿੰਘ ਜੀ ਕੋਲ 52 ਕਵੀ ਸੀਗੇ, ਤੇ ਮਹਾਰਾਜ ਕੋਲ ਕੱਲ੍ਹ ਨੂੰ ਤੁਸੀਂ ਇਹ ਕਹਿ ਦਿਓ ਕਿ 52 ਕਵੀਆਂ ਤੋਂ ਮਹਾਰਾਜ ਕੁਝ ਸੁਣਦੇ ਨਹੀਂ ਸੀਗੇ। 52 ਕਵੀ ਐਵੇਂ ਹੀ ਮਹਾਰਾਜ ਰੱਖ ਲਏ ਸਤਿਗੁਰਾਂ ਨੇ, ਇਸ ਤਰ੍ਹਾਂ ਹੀ ਉਹਨਾਂ ਦੀਆਂ ਝੋਲੀਆਂ ਭਰ ਦਿੱਤੀਆਂ, ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਉਹਨਾਂ ਨੂੰ ਵੱਖਰੇ ਵੱਖਰੇ ਗ੍ਰੰਥਾਂ ਦਾ ਵਿਆਖਿਆ ਕਰਨ ਲਈ ਮਹਾਰਾਜ ਨੇ ਕਿਹਾ ਗਿਆ। ਤੇ ਭਾਈ ਨੰਦ ਲਾਲ ਜੀ ਵਰਗੇ, ਕਵੀ ਹੰਸ ਰਾਮ ਜੀ ਵਰਗੇ, ਉਹਨਾਂ ਦੀਆਂ ਕਿੰਨੀਆਂ ਮਹਾਰਾਜ ਨੇ ਉਹਨਾਂ ਨੂੰ ਦਾਤਾਂ ਦਿੱਤੀਆਂ। ਤਾਂ ਥੋੜ੍ਹਾ ਜਿਹਾ ਇਸ ਤਰ੍ਹਾਂ ਭਾਈ ਸੋਚਿਆ ਕਰੋ। ਗੁਰੂ ਸਾਹਿਬ ਜੀ ਨੇ 24 ਅਵਤਾਰਾਂ ਦੀ ਕਥਾ ਲਿਖੀ ਹੈ, ਇਹਦਾ ਕਾਰਨ ਕੀ ਆ? ਉਹਦੇ ਵਿੱਚੋਂ ਰਾਮ ਅਵਤਾਰ ਜੀ ਹੋਏ। ਜਿਹੜਾ ਰਾਮ ਅਵਤਾਰ ਹੈ ਮਰਿਆਦਾ ਪੁਰਸ਼ੋਤਮ ਨੇ। ਮਰਿਆਦਾ ਪੁਰਸ਼ੋਤਮ ਮਰਿਆਦਾ ਸਿਖਾਉਣ ਆਏ ਸੀਗੇ ਦੁਨੀਆ ਦੇ ਲੋਕਾਂ ਨੂੰ ਕਿ ਮਰਿਆਦਾ ਕੀ ਹੁੰਦੀ ਆ। ਹਰ ਯੁੱਗਾਂ ਦੇ ਵਿੱਚ ਵੱਖਰੇ ਵੱਖਰੇ ਅਵਤਾਰ ਹੁੰਦੇ ਆ। ਸਤਯੁਗ ਦੇ ਕੋਈ ਹੋਰ ਅਵਤਾਰ ਆ, ਤ੍ਰੇਤੇ ਦੇ ਕੋਈ ਹੋਰ ਆ, ਦੁਆਪਰ ਦੇ ਕੋਈ ਹੋਰ ਅਵਤਾਰ ਹੋਏ ਆ। ਯੁੱਗਾਂ ਯੁੱਗਾਂ 'ਚ ਅਵਤਾਰ ਧਾਰਨ ਕੀਤੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਇਹ ਬਚਨ ਦੀ, ਇਹ ਗੱਲ ਦੀ ਹਾਮੀ ਭਰਦੇ ਆ। ਤਾਂ ਸ਼੍ਰੀ ਰਾਮ ਚੰਦਰ ਜੀ ਜਦੋਂ ਅਵਤਾਰ ਧਾਰਨ ਕੀਤਾ ਉਹਨਾਂ ਨੇ, ਅੱਗੇ ਉਹਨਾਂ ਦੇ ਨਾਲ ਕੀ ਕੀ ਹੋਇਆ, ਜੋ ਰਮਾਇਣ ਦੇ ਵਿੱਚ ਲਿਖਿਆ ਗਿਆ, ਉਹ ਫਿਰ ਉਹ ਗ੍ਰੰਥਾਂ ਦੀ ਜਿਹੜੀ ਭਾਸ਼ਾ ਮਹਾਰਾਜ ਜੀ ਨੇ ਕਿਹਾ ਕਿ ਇਹ ਨਾ ਹੋਵੇ ਸਾਡੇ ਸਿੱਖਾਂ ਨੂੰ ਸਮਝ ਨਾ ਆਵੇ, ਉਹਨੂੰ ਅਸੀਂ ਇਸ ਤਰ੍ਹਾਂ ਲਿਖੀਏ, ਇਸ ਤਰ੍ਹਾਂ ਸਰਲ ਤਰੀਕੇ ਦੇ ਨਾਲ ਕਿ ਸਾਰਿਆਂ ਨੂੰ ਸਮਝ ਆਵੇ ਵੀ ਇਹਨਾਂ ਗ੍ਰੰਥਾਂ ਵਿੱਚ ਕੀ ਲਿਖਿਆ। ਗੁਰੂ ਸਾਹਿਬ ਜੀ ਸਾਨੂੰ ਗਿਆਨ ਦੇਣਾ ਚਾਹੁੰਦੇ ਆ ਦੂਜੇ ਧਰਮਾਂ ਦਾ, ਕਿ ਸਾਨੂੰ ਦੂਜੇ ਧਰਮਾਂ ਦੇ ਬਾਰੇ ਜਾਣਕਾਰੀ ਵਧੇ, ਸਾਨੂੰ ਦੂਜੇ ਧਰਮਾਂ ਬਾਰੇ ਪਤਾ ਲੱਗੇ। ਪਰ ਅਸੀਂ ਇੰਨੇ ਜ਼ਿਆਦਾ ਭਾਵੁਕੀ ਇਹ ਹੋ ਗਏ ਵੀ ਅਸੀਂ ਕਹਿਤਾ ਵੀ ਅਸੀਂ ਨਾਮ ਹੀ ਨਹੀਂ ਸੁਣਨਾ ਪਸੰਦ ਕਰ ਰਹੇ ਸ਼੍ਰੀ ਰਾਮ ਚੰਦਰ ਜੀ ਦਾ, ਹਨੂਮਾਨ ਦਾ। ਉਹ ਗੁਰੂ ਪਿਆਰਿਓ, ਇਹ ਦੇਵਤੇ ਆ, ਇੱਕ ਅਵਤਾਰ ਨੇ। ਬੇਸ਼ੱਕ ਇਹ ਗੱਲ ਆ ਵੀ ਅਵਤਾਰ ਪ੍ਰਮਾਤਮਾ ਦਾ ਅੰਤ ਨਹੀਂ ਪਾ ਸਕਦੇ। ਗੁਰੂ ਜੀ ਨੇ ਸਾਨੂੰ ਪੂਜਾ ਅਕਾਲ ਕੀ ਕਰਨ ਲਈ ਕਿਹਾ। ਮੈਂ ਵੀ ਕਹਿੰਦਾ ਹਾਂ ਆਪ ਜੀ ਨੂੰ, ਪ੍ਰਮਾਤਮਾ ਨੂੰ ਹੀ ਮੰਨਣਾ ਚਾਹੀਦਾ। ਦੇਵੀ ਦੇਵਤੇ ਬੰਦੇ ਨੂੰ ਮੁਕਤੀ ਨਹੀਂ ਦੇ ਸਕਦੇ, ਕਦੇ ਵੀ ਮੁਕਤੀ ਨਹੀਂ ਦੇ ਸਕਦੇ। ਪਰ ਇਹਨਾਂ ਦਾ ਆਪਣੀ ਸੋਚ ਇੰਨੀ ਛੋਟੀ ਹੋ ਗਈ ਵੀ ਆਪਾਂ ਇਹਨਾਂ ਦਾ ਨਾਮ ਸੁਣਨਾ ਹੀ ਨਹੀਂ ਪਸੰਦ ਕਰ ਰਹੇ। ਆਪਾਂ ਨੂੰ ਤਾਂ ਮਹਾਰਾਜ ਨੇ ਕਿੱਡਾ ਦਿਲ ਦਿੱਤਾ ਸੀਗਾ, ਵੰਡ ਛਕਣ ਵਾਲੇ ਬਣਾਇਆ ਸੀਗਾ। ਏਡੀ ਛੋਟੀ ਸੋਚ ਦੇ ਮਾਲਕ ਹੋ ਗਏ ਅਸੀਂ। ਇਹਨਾਂ ਚੀਜ਼ਾਂ ਨੂੰ ਅਸੀਂ ਸੁਣਨਾ ਹੀ ਪਸੰਦ ਨਹੀਂ ਕਰਦੇ। ਰਾਮ ਦਾ ਨਾਮ ਸੁਣ ਕੇ, ਭਾਵੇਂ ਕਿ ਉਹ ਰਮਿਆ ਹੋਇਆ ਰਾਮ ਵੀ ਇੱਕ ਪਰਮਾਤਮਾ ਦਾ ਨਾਮ ਹੀ ਆ, ਜਿਹਨੂੰ ਭਗਤ ਕਬੀਰ ਜੀ ਨੇ ਬਹੁਤ ਵਾਰ ਆਪਣੀ ਬਾਣੀ ਵਿੱਚ ਲਿਖਿਆ ਕਿ ਸਹੰਸ ਨਾਮ ਲੈ ਲੈ ਕਰੋ ਸਲਾਮ, ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦੂ ਸਮਝਾਵੋ। ਭਾਵੇਂ ਕਿ ਭਗਤ ਕਬੀਰ ਜੀ ਰਾਮ ਰਾਮ ਜਪਦੇ ਸੀਗੇ। ਰਾਮ ਤੋਂ ਭਾਵ ਉਹ ਰਮਿਆ ਹੋਇਆ ਰਾਮ, ਅੱਲਾ ਵਾਹਿਗੁਰੂ ਪਰਮੇਸ਼ਰ। ਇੱਥੇ ਸ਼੍ਰੀ ਰਾਮ ਚੰਦਰ ਜੀ ਦਾ ਨਾਮ, ਜਿਹੜੇ ਦਸ਼ਰਥ ਦੇ ਪੁੱਤਰ ਨੇ, ਉਹਨਾਂ ਦੀ ਕਥਾ ਵੀ ਲਿਖੀ ਆ। ਦੂਜੇ ਰਾਮ ਬਾਰੇ ਵੀ ਜ਼ਿਕਰ, ਸਾਰੀਆਂ ਗੱਲਾਂ ਹੀ ਆ। ਤਾਂ ਮੇਘਨਾਥ ਦੀ ਕਥਾ ਹੁਣ ਆਓ, ਕਿਉਂਕਿ ਇੱਦਾਂ ਹੁਣ ਜਦੋਂ ਤੁਸੀਂ ਕਰਦੇ ਹੋ ਫਿਰ ਆਪਣਾ ਇੱਧਰ ਵੀ ਤੁਹਾਨੂੰ ਇੱਕ ਸ਼ੰਕੇ ਜਿਹੜੇ ਮਨ 'ਚ ਪੈਦਾ ਹੋਏ ਆ, ਭਰਮ ਪੈਦਾ ਹੋਏ ਆ, ਉਹਨਾਂ ਨੂੰ ਵੀ ਸਪਸ਼ਟ ਕਰਨਾ ਪੈਂਦਾ ਵੀ ਤੁਹਾਡੇ ਮਨ ਵਿੱਚ ਇਹ ਨਾ ਵਹਿਮ ਆ ਜੇ। ਹੁਣ 10ਮ ਗ੍ਰੰਥ ਵਿੱਚੋਂ ਹੀ ਸਾਡੀ ਅਰਦਾਸ ਵੀ 10ਮ ਗ੍ਰੰਥ ਵਿੱਚ, ਸਾਡੀ ਖੰਡੇ ਦੀ ਪੌਲ ਵਾਲੀਆਂ 3 ਬਾਣੀਆਂ ਉਹ ਵੀ 10ਮ ਗ੍ਰੰਥ ਵਿੱਚ ਆ। ਹੁਣ ਤੁਸੀਂ ਦੱਸੋ ਵੀ ਉਹ ਚੀਜ਼ਾਂ ਨੂੰ ਕਿਵੇਂ ਕੱਟੋਗੇ? ਤੁਸੀਂ ਆਪ ਫੈਸਲਾ ਕਰੋ ਗੁਰਸਿੱਖ ਪਿਆਰਿਓ। ਤਾਂ ਕਿਸੇ ਦੇ ਮਗਰ ਨਹੀਂ ਲੱਗੀਦਾ ਹੁੰਦਾ। ਮੈਂ ਕਹਿੰਦਾ ਮੇਰੀ ਗੱਲ ਨੂੰ ਵੀ ਸੱਚ ਨਾ ਮੰਨੋ, ਆਪ ਪੜ੍ਹੋ, ਆਪ ਖੋਜੋ, ਆਪ ਜਾ ਕੇ ਤੁਹਾਨੂੰ ਪਤਾ ਲੱਗੇ ਵੀ ਸੱਚ ਕੀ ਹੈ। ਮੈਂ ਕਹਿ ਰਿਹਾ ਮੇਰੇ ਕਹੇ 'ਤੇ ਵੀ ਯਕੀਨ ਨਾ ਕਰੋ, ਅਤੇ ਮੈਂ ਕਹਿ ਰਿਹਾ ਤੁਹਾਨੂੰ ਆਪ ਖੋਜੋ, ਆਪ ਖੋਜ ਮਿਲੇ ਕਬੀਰਾ। ਤਾਂ ਇਸ ਤਰ੍ਹਾਂ ਭਾਈ ਇਹਨਾਂ ਚੱਕਰਾਂ ਦੇ ਵਿੱਚ ਨਾ ਪਵੋ। ਇਹ ਦੁਬਿਧਾ ਪਹਿਲਾਂ ਹੀ ਕੌਮ ਦੇ ਵਿੱਚ ਬਹੁਤ ਜ਼ਿਆਦਾ ਪਈ ਹੋਈ ਆ।
ਅਸੀਂ ਤਾਂ ਤੁਹਾਨੂੰ ਇਸ ਕਰਕੇ ਕਥਾ ਜਿਹੜੀ ਸਰਵਣ ਕਰਵਾਉਂਦੇ ਹੁੰਦੇ ਆ ਵੀ ਸਾਨੂੰ ਦੂਜੇ ਧਰਮਾਂ ਬਾਰੇ ਗਿਆਨ ਆਵੇ। ਇਹੀ ਸਾਡਾ ਇਹਦੇ ਵਿੱਚ ਇਹ ਜੋ ਕਥਾ 'ਚ ਵਿਚਾਰ ਕਰਨ ਦਾ ਇਹੀ ਇੱਕ ਤਰ੍ਹਾਂ ਦਾ ਆਪ ਜੀ ਨੂੰ ਕਹਿਣ ਦਾ ਭਾਵ ਇਹੀ ਆ ਵੀ ਆਪ ਜੀ ਨੂੰ ਦੂਜੇ ਧਰਮਾਂ ਬਾਰੇ ਵੀ ਥੋੜ੍ਹੀ ਬਹੁਤੀ ਜਾਣਕਾਰੀ ਹੋਵੇ, ਜੋ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਸੀ। ਤਾਂ ਹੀ ਉਹਨਾਂ ਨੇ 24 ਅਵਤਾਰਾਂ ਦੀ ਕਥਾ 10ਵੇਂ ਗ੍ਰੰਥ ਵਿੱਚ ਲਿਖੀ ਆ। ਅੱਲਾ ਯਾਰ ਖਾਂ ਜੋਗੀ ਹੋਰ ਵੀ ਸ਼ਾਇਰ ਮਹਾਰਾਜ ਬਾਰੇ ਲਿਖਦੇ ਨੇ, ਆਧਾਰ ਨੇ ਤੁਝ ਕੋ ਕਭੀ ਸੰਭਲਨੇ ਨਾ ਦਿਆ ਥਾ। ਹਾਂ, ਦੁਸ਼ਮਣ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਟਿਕਣ ਨਹੀਂ ਦਿੱਤਾ। ਜਿੱਥੇ ਜਿੱਥੇ ਮਹਾਰਾਜ ਗਏ ਉਹਨਾਂ ਦੇ ਪਿੱਛੇ ਪਿੱਛੇ ਦੁਸ਼ਮਣ ਆ ਗਿਆ। ਪਰ ਇਹਦਾ ਅਰਥ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਰਚਨਾ ਹੀ ਨਹੀਂ ਰਚੀ। ਇਹਦੇ ਅਰਥ ਇਹ ਵੀ ਨਾ ਲੈ ਲੈਣੇ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਵਾਂਗ ਨਹੀਂ ਕਿ 12-12 ਘੰਟੇ ਇਸ ਤਰ੍ਹਾਂ 10-10 ਘੰਟੇ ਸੌਂ ਲੈਂਦੇ ਮਹਾਰਾਜ। ਉਹਨਾਂ ਦਾ ਜਿਹੜਾ ਜੀਵਨ ਹੈ ਉਹਨਾਂ ਨੇ 42 ਸਾਲ ਦੇ ਵਿੱਚ ਉਹ ਕਾਰਜ ਕਰ ਦਿੱਤੇ, ਜਿਹੜਾ ਬੰਦਾ 100 ਸਾਲ ਉਮਰ ਭੋਗ ਕੇ ਵੀ ਨਹੀਂ ਕਰ ਸਕਦਾ। ਉਹਦੇ ਵਿੱਚ ਗ੍ਰੰਥਾਂ ਦੀ ਰਚਨਾ ਵੀ ਆਉਂਦੀ ਆ, ਜੰਗ ਵੀ ਆਉਂਦੇ ਆ, ਯੁੱਧ ਵੀ ਆਉਂਦੇ ਆ। ਮਹਾਰਾਜ ਨੇ ਵੀਰ ਰਸ ਭਰਨ ਲਈ ਆਪਦੇ ਯੋਧਿਆਂ 'ਚ ਯੁੱਧ ਵਰਣਨ ਕੀਤੇ ਆ। ਇਹ ਵੀਰ ਰਸ ਹੁੰਦਾ ਜਿਹੜਾ ਕਿ ਕ੍ਰੋਧ ਦਾ ਮਰਿਆ ਹੋਇਆ ਰੂਪ ਆ, ਕ੍ਰੋਧ ਵਿਕਾਰ ਆ। ਵੀਰ ਰਸ ਜਿਹੜਾ ਹੈ ਉਹ ਗੁਰੂ ਪਿਆਰਿਓ ਇੱਕ ਗਾਉਣਾ ਬਹੁਤ ਵੱਡਾ। ਤਾਂ ਮਹਾਰਾਜ ਨੇ ਮੇਘਨਾਥ ਯੁੱਧ ਵਰਣਨ ਕੀਤਾ। ਆਓ ਹੁਣ ਆਪਾਂ ਉਹ ਸਰਵਣ ਕਰਦੇ ਹਾਂ ਜੀ। ਇਹ ਮੇਘਨਾਥ ਜਿਹੜਾ ਸੀਗਾ ਰਾਵਣ ਦਾ ਬਹੁਤ ਬਲੀ ਪੁੱਤਰ, ਇੰਦਰਜੀਤ ਇਹਦਾ ਨਾਮ ਸੀ। ਇੰਦਰਜੀਤ ਜਿਹੜਾ ਇੰਦਰ ਨੂੰ ਵੀ ਫਤਿਹ ਕਰ ਸਕਦਾ, ਏਡੀ ਵੱਡੀ ਤਾਕਤ ਦਾ ਮਾਲਕ। ਇਹ ਵੀ ਆਪਣੇ ਪਿਤਾ ਦੇ ਵਾਂਗ ਮਹਾਨ ਵੱਡਾ ਯੋਧਾ ਹੋਇਆ। ਕੁਝ ਵਿਦਵਾਨ ਇਹ ਵੀ ਮੰਨਦੇ ਨੇ ਕਿ ਮੇਘਨਾਥ ਵਿੱਚ ਇੰਨੀ ਸ਼ਕਤੀ ਸੀ, ਸ਼੍ਰੀ ਰਾਮ ਚੰਦਰ ਤੇ ਜੋ ਲక్ష్మణ ਹਨ ਇਹਨਾਂ ਵਿੱਚ ਵੀ ਹਰਾਉਣ ਦੀ ਸਮਰੱਥਾ ਨਹੀਂ ਸੀ ਉਹਨਾਂ ਨੂੰ। ਭਾਵੇਂ ਕਿ ਵਕਤ ਦੇ ਸਮੇਂ ਦੇ ਅਵਤਾਰ ਨੇ, ਬਹੁਤ ਸ਼ਕਤੀਸ਼ਾਲੀ ਸੀ। ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਗੁਰਸਿੱਖ ਪਿਆਰਿਓ ਕਿ ਉਹਨਾਂ ਨੂੰ ਸਾਡਾ ਮਨ ਨਹੀਂ ਮੰਨਦਾ, ਪਰ ਮੇਘਨਾਥ ਵਿੱਚ ਜੋ ਸ਼ਕਤੀ ਸੀ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੁਣ ਪ੍ਰਗਟ ਕੀਤਾ। ਇੱਥੇ ਆਓ, ਸ਼੍ਰੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ। ਸ਼੍ਰੀ ਗੁਰੂ ਜੀ ਸਿਰਖੰਡੀ ਛੰਦ ਦੇ ਵਿੱਚ, ਜੁੱਟੇ ਵੀਰ ਜੁਝਾਰੇ ਧੱਗਾਂ ਵੱਜੀਆਂ, ਵੱਜੇ ਨਾਦ ਕਰਾਰੇ ਦਲਾਂ ਮੁਸਾਹਦਾ, ਲੁੱਝੇ ਕਾਰਨ ਯਾਰੇ ਸੰਗਰ ਸੂਰਮੇ, ਉੱਠੇ ਜਾਣ ਡਰਾਰੇ ਘਣੀਅਮ ਕੈਬਰੀ। ਮਹਾਰਾਜ ਬਹੁਤ ਸੁੰਦਰ ਕਥਨ ਬਣਾ ਕੇ ਨਾ ਪੇਸ਼ ਕਰ ਰਹੇ ਆ ਗੁਰਸਿੱਖ ਪਿਆਰਿਓ। ਜਿਸ ਵੇਲੇ ਡੱਫਾਂ ਵੱਜੀਆਂ, ਲੜਾਕੇ ਸੂਰਮੇ ਆਪੋ ਵਿੱਚ ਜੁੱਟ ਪਏ। ਜਦੋਂ ਜ਼ੋਰ ਦੇ ਨਾਲ ਧੌਂਸੇ ਵੱਜੇ ਨਾ, ਦੋਹਾਂ ਫੌਜਾਂ ਦਾ ਮੁਕਾਬਲਾ ਹੋ ਗਿਆ। ਕਿਹੜੀ ਫੌਜ? ਇੱਕ ਪਾਸੇ ਸ਼੍ਰੀ ਰਾਮ ਚੰਦਰ ਦੀ ਫੌਜ, ਜਿਹਦੇ ਵਿੱਚ 92 ਰਹਿਣੇ ਵਾਲੇ ਨਰ, ਜਿਨ੍ਹਾਂ ਨੂੰ ਬਾਂਦਰ ਵੀ ਕਿਹਾ ਜਾਂਦਾ। ਕੁਝ ਵਿਦਵਾਨਾਂ ਦਾ ਇਹ ਮੰਨਣਾ, ਰਮਾਇਣ ਦੇ ਵਿੱਚ ਤਾਂ ਸਾਰਿਆਂ ਨੂੰ ਬਾਂਦਰ ਦੇ ਰੂਪ 'ਚ ਹੀ ਦਿਖਾਇਆ ਗਿਆ, ਜਿਹੜੀ ਪੁਰਾਣੀ ਰਮਾਇਣ ਬਣੀ ਸੀਗੀ। ਕੁਝ ਹੁਣ ਵਿਦਵਾਨ ਇਹ ਮੰਨਣ ਲੱਗ ਗਏ ਕਿ 92 ਵਹਿਣੇ ਵਾਲੇ ਜਿਹੜੇ ਨਰ ਸੀਗੇ, ਹਿੰਦੀ ਦੇ ਵਿੱਚ ਕਹਿੰਦੇ ਨੇ ਉਹ ਜੰਗਲ, ਬਣ ਤੋਂ ਭਾਵ ਜੰਗਲ, ਜੰਗਲਾਂ ਵਿੱਚ ਰਹਿਣ ਵਾਲੇ ਆਦੀਵਾਸੀ, ਉਹਨਾਂ ਦੀ ਸੈਨਾ। ਇੱਕ ਪਾਸੇ ਸ਼੍ਰੀ ਰਾਮ ਚੰਦਰ ਦੇ ਜਿਹੜੇ ਬਾਂਦਰ ਸੀ, ਉਹ ਸੁਗਰੀਵ ਜਿਹੜਾ ਲੈ ਕੇ ਆਇਆ ਸੀਗਾ ਉਹਨਾਂ ਨੂੰ ਗੁਰਸਿੱਖ ਪਿਆਰਿਓ, ਤੇ ਦੂਜੇ ਪਾਸੇ ਸ਼੍ਰੀ ਰਾਮ ਚੰਦਰ ਦੇ ਉਲਟ ਮੇਘਨਾਥ, ਕੁੰਭਕਰਨ, ਰਾਵਣ ਦੀ ਸੈਨਾ। ਆਪਸ ਵਿੱਚ ਮੁਕਾਬਲਾ ਹੋ ਗਿਆ। ਯੁੱਧ ਦੇ ਵਿੱਚ ਤੀਰਾਂ ਦੀ ਵਰਖਾ ਹੁੰਦੀ ਆ, ਜਿਵੇਂ ਕਾਲੇ ਬੱਦਲ ਹੁੰਦੇ ਆ, ਬਹੁਤ ਵਰਦੇ ਆ ਨਾ। ਵੱਜੇ ਸੰਗਲੀ ਆਲੇ ਹਾਠਾਂ ਜੁੱਟੀਆਂ, ਖੇਤ ਬਹੇ ਮਸ਼ਾਲੇ ਕਹਿਰ ਤਤਾਰ 'ਚ। ਮਹਾਰਾਜ ਨੇ ਬੜੀ ਸੁੰਦਰ ਭਾਸ਼ਾ ਇਹਦੇ ਵਿੱਚ ਵਰਤੀ ਆ। ਇਹ ਸਿਰਖੰਡੀ ਛੰਦ ਮਹਾਰਾਜ ਨੇ ਵਰਤਿਆ। ਕਹਿੰਦੇ ਜਦੋਂ ਧੌਂਸੇ ਵੱਜੇ ਨਾ, ਦੋਹਾਂ ਧਿਰਾਂ ਆਪਸ ਵਿੱਚ ਜੁਟ ਗਈਆਂ। ਵੀਰ ਰਸ ਦੇ ਵਿੱਚ ਮੱਤੇ ਹੋਏ ਸੂਰਮੇ ਭੂਮੀ ਵਿੱਚ ਕਹਿਰ ਦੇ ਤੀਰ ਚਲਾਉਂਦੇ ਆ। ਲੜਾਕੇ ਯੋਧੇ ਡਿੱਗਦੇ ਆ, ਉਹਨਾਂ ਦੀਆਂ ਹੁੰਗਰਾਂ ਨਿਕਲ ਰਹੀਆਂ ਨੇ। ਇਸ ਤਰ੍ਹਾਂ ਬੋਲਦੇ ਆ, ਲੱਗਦੇ ਆ ਵੀ ਜਿਵੇਂ ਉਹਨਾਂ ਨੇ ਭੰਗ ਪੀਤੀ ਹੋਵੇ, ਤੇ ਭੰਗ ਪੀ ਕੇ ਜਿਵੇਂ ਬੰਦੇ ਨੂੰ ਪਤਾ ਨਹੀਂ ਲੱਗਦਾ, ਡਿੱਗਦਾ ਫਿਰਦਾ, ਕਈ ਵਾਰ ਮਤਵਾਲਾ ਜਿਹਾ ਹੋ ਜਾਂਦਾ। ਇਵੇਂ ਨਾ ਇਸ ਤਰ੍ਹਾਂ ਹੋਏ ਪਏ ਆ। ਤੇ ਵੱਡੇ ਧੌਂਸਿਆਂ ਨੂੰ ਵਜਾ ਕੇ ਹੰਕਾਰੀ ਝਪਟ ਕੇ ਆ ਕੇ ਪੈ ਗਏ ਆ। ਭਾਦੜੀ ਛੰਦ ਦੇ ਵਿੱਚ ਮਹਾਰਾਜ ਲਿਖਦੇ ਆ, ਇੰਦਰਾਰ ਵੀਰ ਕੁਪਿਓ ਕਰਾਲ, ਮੁਕ ਤੰਤ ਬਾਣ ਗਏ ਧਨ ਵਿਸਾਲ। ਇੱਧਰ ਮੇਘਨਾਦ ਜਿਹੜਾ ਹੈ, ਇੰਦਰਾਰ ਭਾਵ ਮੇਘਨਾਦ, ਇਹਨੇ ਬਹੁਤ ਵੱਡਾ ਸੂਰਮਾ ਸੀਗਾ। ਮਹਾਰਾਜ ਜੀ ਕਹਿੰਦੇ ਕਾਫੀ ਬਲੀ ਸੀਗਾ। ਹੁਣ ਰਾਵਣ ਦਾ ਪੁੱਤਰ ਹੋਵੇ ਤੇ ਬਲੀ ਹੋਵੇ ਨਾ, ਹੋ ਨਹੀਂ ਸਕਦਾ।
ਏਡੇ ਵੱਡੇ ਯੋਧੇ ਦਾ ਪੁੱਤਰ, ਉਹਨੇ ਬਹੁਤ ਕ੍ਰੋਧ ਕੀਤਾ, ਬਹੁਤ ਭਾਰੀ ਧਨੁੱਖ ਨੂੰ ਹੱਥ 'ਚ ਫੜ ਕੇ ਤੀਰ ਛੱਡੇ ਆ। ਥਰਕੰਤ ਲੁੱਥ ਫੁਰਕੰਥ ਬਾ, ਜੁਝੰਤ ਸੂਰ ਅਛਰੈ ਉਸ਼ਾ। ਲੋਥਾਂ ਤੜਫਣ ਲੱਗੀਆਂ, ਸੂਰਮਿਆਂ ਦੀਆਂ ਬਾਹਾਂ ਤੇ ਤੀਰ ਵੱਜਦੇ ਆ, ਵੱਡੇ ਵੱਡੇ ਸੂਰਮੇ ਸ਼ਹੀਦ ਹੋਈ ਜਾਂਦੇ ਆ। ਇੱਧਰੋਂ ਰਾਮਚੰਦਰ ਜੀ ਦੀ ਸੈਨਾ, ਉਹਨਾਂ ਨੂੰ ਬਹੁਤ ਭਾਰੀ ਨੁਕਸਾਨ ਹੋ ਰਿਹਾ। ਚੱਕਰ ਚਮਕਦੇ ਆ, ਸੇਲੇ ਚੱਲਦੇ ਆ, ਜਟਾਂ ਵਾਲੇ ਰਾਖਸ਼ ਆ ਗਏ ਆ। ਇੱਦਾਂ ਮਾਲੂਮ ਹੁੰਦੇ ਆ ਜਿਵੇਂ ਗੰਗਾ ਦੇ ਮੇਲੇ ਤੇ ਸਾਧੂ ਇਕੱਠੇ ਹੋਏ ਹੋਣ। ਸੰਗਰੇ ਸੂਰ ਅਗਾਏ ਘਾਏ, ਬਰਖੰਤ ਬਾਣ ਚੜ ਚੌਪ ਚਾਏ। ਘਾਵਾਂ ਤੋਂ ਰਹਿਤ ਸੂਰਮੇ ਜੱਗ ਵਿੱਚ ਯੁੱਧ ਦੇ ਮੈਦਾਨ 'ਚ ਜ਼ਖਮੀ ਹੋਏ ਪਏ ਆ। ਤੀਰਾਂ ਦੀ ਵਰਖਾ ਹੋ ਰਹੀ ਆ। ਮੇਘਨਾਦ ਇਹ ਸਾਰੇ ਸ਼ਾਸਤਰਾਂ ਤੇ ਅਸਤਰਾਂ ਦੀ ਵਿੱਦਿਆ ਵਿੱਚ ਬੜਾ ਨਿਪੁੰਨ ਸੀਗਾ। ਕਲਗੀਧਰ ਮਹਾਰਾਜ ਜੀ ਕਹਿ ਰਹੇ ਆ, ਸਭ ਸ਼ਾਸਤਰ ਅਸਤਰ ਵਿੱਦਿਆ ਪ੍ਰਵੀਨ, ਸਰਧਾਰ ਵਰਕ ਸਰਦਾਰ ਚੀਨ। ਮੇਘਨਾਥ ਨੂੰ ਬਹੁਤ ਅਸਤਰ ਵਿੱਦਿਆ ਆਉਂਦੀ ਸੀ, ਸ਼ਾਸਤਰ ਵਿੱਦਿਆ ਆਉਂਦੀ ਸੀਗੀ। ਉਹਨੇ ਸੂਰਮੇ ਸਰਦਾਰ ਨੇ ਨਾਗ ਮੰਤਰ ਪੜ੍ਹ ਕੇ ਸਰਧਾਰ ਵਰਕ ਸਰਦਾਰ ਚੀਨ, ਉਹ ਸੂਰਮੇ ਨੇ, ਉਹ ਯੋਧੇ ਨੇ ਨਾਗ ਮੰਤਰ ਪੜ੍ਹਿਆ, ਤੀਰਾਂ ਦੀ ਮੌਲੇ ਧਾਰ ਵਰਖਾ ਕਰ ਦਿੱਤੀ ਹੈ, ਜਿਹਦੇ ਨਾਲ ਸ਼੍ਰੀ ਰਾਮਚੰਦਰ ਜੀ ਤੇ ਸੂਰਮੇ ਸਾਰੇ ਮੋਹੇ ਗਏ ਆ। ਫੌਜ ਜਿਹੜੀ ਸੀ ਨਾ ਬੇਸੁੱਧ ਹੋ ਕੇ ਡਿੱਗ ਪਈ ਆ, ਤੇ ਸ਼੍ਰੀ ਰਾਮਚੰਦਰ ਲక్ష్మణ ਵੀ ਡਿੱਗ ਪਏ ਸੀਗੇ, ਕਿਉਂਕਿ ਉਹ ਚਾਹੁੰਦਾ ਸੀ ਵੀ ਇਹਨਾਂ ਦਾ ਹੀ ਮੈਂ ਅੱਜ ਵੱਧ ਕਰਨਾ। ਉਹਨੇ ਇਸ ਤਰ੍ਹਾਂ ਜਿਹੜੇ ਵਾਰ ਕੀਤੇ, ਸ਼੍ਰੀ ਰਾਮਚੰਦਰ ਲక్ష్మణ ਦੋਨੋਂ ਹੀ ਡਿੱਗ ਪਏ। ਜੇ ਤੁਹਾਨੂੰ ਸ਼ੰਕਾ ਹੋਵੇ ਗੱਲ ਤੇ, ਜਿਹੜੀ ਅੱਜ ਤੋਂ ਪਹਿਲਾਂ ਪੁਰਾਤਨ ਸਮੇਂ ਰਮਾਇਣ ਬਣੀ ਸੀ, ਉਹਦੇ ਵਿੱਚ ਦ੍ਰਿਸ਼ ਦਿਖਾਇਆ ਗਿਆ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਨਾ 10ਵੇਂ ਗ੍ਰੰਥ ਵਿੱਚ, ਵੀ ਰਾਮਚੰਦਰ ਜੀ ਡਿੱਗ ਪਏ। ਹੁਣ ਤੁਹਾਨੂੰ ਯਕੀਨ ਨਹੀਂ ਹੋਣਾ, ਤੁਸੀਂ ਕਹਿਣਾ ਆਪਣੇ ਕੋਲੋਂ ਕਹੀ ਜਾਂਦੇ ਆ। ਰਮਾਇਣ ਦੇ ਵਿੱਚ ਇਦਾਂ ਦਿਖਾਇਆ ਉਹਨਾਂ ਨੇ। ਜੇ ਤੁਸੀਂ ਜਾ ਕੇ ਦੇਖ ਕੇ ਆਇਓ ਤੇ ਸ਼ੰਕਾ ਕਰਨ ਤੋਂ ਪਹਿਲਾਂ, ਜਿਹੜੀ ਰਮਾਇਣ ਬਣੀ ਆ ਉਹ ਵੀ ਕਿਸੇ ਗ੍ਰੰਥਾਂ ਦੇ ਆਧਾਰ ਤੇ ਬਣਦੀ ਆ। ਉਹ ਗ੍ਰੰਥ ਪੜ੍ਹੇ ਜਾਂਦੇ, ਐਵੇਂ ਥੋੜ੍ਹੀ ਰਮਾਇਣ ਏਡੀ ਵੱਡੀ ਬਣਾ ਦਿੱਤੀ ਜਿਹਨੂੰ ਇੰਨੇ ਲੱਖ ਲੋਕ ਦੇਖਦੇ ਰਹੇ ਅੱਜ ਤੋਂ ਕਈ ਸਾਲ ਪਹਿਲਾਂ। ਉਹਦੇ ਵਿੱਚ ਦਿਖਾਇਆ ਗਿਆ ਦ੍ਰਿਸ਼। ਮੈਨੂੰ ਤਾਂ ਗੱਲਾਂ ਕਹਿਣੀਆਂ ਪੈ ਜਾਂਦੀਆਂ ਵੀ ਤੁਸੀਂ ਸ਼ੰਕੇ ਵਾਲੇ ਕਰਦੇ ਹੋ, ਕਿਉਂਕਿ ਅਸੀਂ ਇਹਨਾਂ ਦੇ ਦੇਵੀ ਦੇਵਤਿਆਂ ਦਾ ਨਾਮ ਸੁਣਨਾ ਹੀ ਪਸੰਦ ਨਹੀਂ ਕਰਦੇ। ਮੈਂ ਤੁਹਾਨੂੰ ਕਹਿ ਰਿਹਾ ਪ੍ਰਮਾਤਮਾ ਸਭ ਤੋਂ ਸਰਵ ਸ੍ਰੇਸ਼ਟ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਦੇਵੀ ਦੇਵਤਿਆਂ ਦਾ ਨਾਮ ਹੀ ਨਾ ਲਿਆ ਜਾਵੇ। ਜਿਹੜੀ ਚੀਜ਼ ਬਣੀ ਆ, ਜਿਹਦਾ ਨਾਮ ਉਹ ਹਰ ਚੀਜ਼ ਹੁੰਦੀ ਆ, ਇਹ ਮਿੱਥ ਨਹੀਂ ਹੁੰਦਾ। ਇਸ ਤਰ੍ਹਾਂ ਅਸੀਂ ਕਈ ਵਾਰ ਇਹਨੂੰ ਮਿੱਥ ਕਹਿੰਦੇ ਆ, ਮਿਥਿਹਾਸ ਕਹੀ ਜਾਂਦੇ ਆ। ਤਾਂ ਭਾਈ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਨਾਮ ਹੈਗਾ ਉਹ ਹਰ ਚੀਜ਼ ਆ, ਦੁਨੀਆ 'ਤੇ ਹਰ ਚੀਜ਼ ਹੈ। ਇਸ ਕਰਕੇ ਜਿਹੜੀ ਚੀਜ਼ ਹੈ ਉਹਦੀ ਨਕਲ ਬਣਦੀ ਹੈ ਜੇ ਅਸਲ ਹੋਵੇ। ਰਾਮਚੰਦਰ, ਰਮਾਇਣ, ਇਹ ਸਾਰੀਆਂ ਚੀਜ਼ਾਂ ਜਿਹੜੇ ਲక్ష్మణ, ਇਹ ਹਨੂਮਾਨ, ਇਹਨਾਂ ਦੀਆਂ ਨਕਲਾਂ ਜਿਹੜੀਆਂ ਬਣਦੀਆਂ ਨੇ, ਅਸਲ ਸੀਗੇ ਤਾਂ ਨਕਲ ਬਣਦੀ ਇਹਨਾਂ ਦੀ। ਤਾਂ ਮੇਘਨਾਥ ਕੋਲ ਰਹੋ ਵਿਚਾਰ, ਬਹੁਤ ਸਾਰੇ ਸ਼ਾਸਤਰ ਤੇ ਅਸਤਰ ਵਿੱਦਿਆ ਦੇ ਵਿੱਚ ਬੜੇ ਨਿਪੁੰਨ। ਉਹਨੇ ਕੀ ਕੀਤਾ, ਨਾਗ ਮੰਤਰ ਪੜ੍ਹ ਕੇ ਵਰਖਾ ਕੀਤੀ। ਸ਼੍ਰੀ ਰਾਮਚੰਦਰ ਬੇਸੁੱਧ ਹੋ ਕੇ ਮਰਿਆਦਾ ਪੁਰਸ਼ੋਤਮ ਜੀ ਧਰਤੀ ਤੇ ਡਿੱਗ ਪਏ। ਉਸੇ ਵੇਲੇ ਦੂਤ ਨੇ ਜਾ ਕੇ ਰਾਵਣ ਨੂੰ ਕਿਹਾ, ਇਹ ਬਾਂਦਰਾਂ ਦੀ ਫੌਜ ਅੱਜ ਪੂਰੀ ਤਰ੍ਹਾਂ ਇਹਨਾਂ ਤੇ ਫਤਿਹ ਪਾ ਲਈ, ਤੁਹਾਡੇ ਪੁੱਤਰ ਨੇ। ਅੱਜ ਬੇਫਿਕਰ ਹੋ ਕੇ ਤੁਸੀਂ ਸੀ ਭਜੋ, ਆਜ ਹੋਇ ਕਿ ਨਚੀਤ, ਸੰਗਰੇ ਰਾਮ ਰਣ ਇੰਦਰਜੀਤ। ਮੇਘਨਾਥ ਨੇ ਸਾਰੀ ਜ਼ਮੀਨ ਤੇ ਵਿਛਾਤੇ ਆ, ਤੁਹਾਡੇ ਪੁੱਤਰ ਨੇ। ਜਾਓ ਤੇ ਸੀਤਾ ਨੂੰ ਵੀ ਜਾ ਕੇ ਕਹਿ ਦਿਓ ਹੁਣ। ਉਸੇ ਵੇਲੇ ਫਿਰ ਰਾਵਣ ਜਿਹੜਾ ਸੀਗਾ, ਉਹਨੇ ਸੀਤਾ ਦੀ ਦਾਸੀ ਜਿਹੜੀ ਸੀ ਤ੍ਰਿਜੁੱਟੀ, ਮਹਾਰਾਜ ਨੇ ਉਹਦਾ ਨਾਮ ਵੀ ਲਿਖਿਆ। ਤਬ ਕਹੇ ਬੈਣ ਤ੍ਰਿਜੱਟੀ ਬੁਲਾਏ, ਤ੍ਰਿਜੱਟੀ ਨੂੰ ਬੁਲਾ ਕੇ ਬਚਨ ਕਹੇ, ਤੂੰ ਸੀਤਾ ਨੂੰ ਲਿਜਾ ਕੇ ਨਾ ਜੰਗ ਦੇ ਮੈਦਾਨ ਵਿੱਚ ਮੋਏ ਹੋਏ ਰਾਮਚੰਦਰ ਨੂੰ ਦਿਖਾ, ਵੀ ਸੀਤਾ ਦੇ ਮਨ ਦੇ ਵਿੱਚੋਂ ਗੱਲ ਨਿਕਲ ਜੇ ਕਿ ਰਾਮ ਜੀ ਹੁਣ ਮੈਨੂੰ ਮਿਲ ਨਹੀਂ ਸਕਦੇ, ਉਹ ਮਰ ਗਏ ਆ। ਰਣ ਮ੍ਰਿਤਕ ਰਾਮ ਸੀਤੇ ਦਿਖਾਏ। ਇਹ ਹੁਕਮ ਸੁਣਦੇ ਹੀ ਤ੍ਰਿਜੱਟੀ ਸੀਤਾ ਜੀ ਨੂੰ ਉੱਥੇ ਲੈ ਆਈ ਜਿੱਥੇ ਉਹਦੇ ਸਵਾਮੀ ਸ਼੍ਰੀ ਰਾਮ ਜੀ ਰਣ ਭੂਮੀ 'ਚ ਡਿੱਗੇ ਪਏ ਆ। ਇਸ ਤਰ੍ਹਾਂ ਮਾਲੂਮ ਹੁੰਦੇ ਆ ਜਿਵੇਂ ਹਿਰਨਾਂ ਨੂੰ ਮਾਰ ਕੇ ਸ਼ੇਰ ਬੇਫਿਕਰ ਹੋ ਕੇ ਸੁੱਤਾ ਹੋਵੇ। ਮ੍ਰਿਗ ਮਾਰ ਸਿੰਘ ਜੋ ਸੁਪਤ ਅਚੇਤ। ਮਹਾਰਾਜ ਨੇ ਇੱਥੇ ਅਲੰਕਾਰ ਵੀ ਵਰਤੇ ਆ ਇਹ ਕਥਾ ਵਿੱਚ। ਸ਼੍ਰੀ ਰਾਮਚੰਦਰ ਜੀ ਇਵੇਂ ਪਏ ਆ ਜਿਵੇਂ ਸ਼ੇਰ ਸ਼ਿਕਾਰ ਕਰਕੇ ਹਿਰਨਾਂ ਦਾ ਬੇਫਿਕਰ ਹੋ ਕੇ ਸੁੱਤਾ ਪਿਆ ਹੋਵੇ। ਭਾਵ ਕਿ ਉਹਨਾਂ ਦੇ ਉੱਪਰ ਵਾਰ ਕਰਤਾ ਮੇਘਨਾਥ ਨੇ, ਤੇ ਜਿਹਦੇ ਕਰਕੇ ਉਹ ਧਰਤੀ ਤੇ ਡਿੱਗੇ ਪਏ ਆ।
ਜਦੋਂ ਸੁਆਮੀ ਜੀ ਦੀ ਅਜਿਹੀ ਦਸ਼ਾ ਵੇਖੀ ਮਾਤਾ ਸੀਤਾ ਜੀ ਨੇ ਮਨ ਦੇ ਵਿੱਚ ਬਹੁਤ ਦੁਖੀ ਹੋਏ, ਕਿਉਂਕਿ ਰਾਮ ਜੀ 14 ਵਿਦਿਆਵਾਂ ਦੇ ਭੰਡਾਰ ਨੇ, 10 ਔਰ 4 ਵਿਦਿਆ ਨਿਦਾਨ। ਕਲਗੀਧਰ ਜੀ ਕਹਿੰਦੇ ਸੀਤਾ ਨਾਗ ਮੰਤਰ ਪੜ੍ਹਦੀ ਹੋਈ ਉਹਨਾਂ ਕੋਲ ਗਈ ਤੇ ਲక్ష్ਮਣ ਤੇ ਰਾਮ ਜੀ ਨੂੰ ਦੁਆਰਾ ਜੀਵਤ ਕਰਕੇ ਬਹੁਤ ਪ੍ਰਸੰਨ ਹੋਈ। ਰਾਮ ਜੀ 14 ਵਿਦਿਆਵਾਂ ਦੇ ਭੰਡਾਰ ਨੇ, ਉਹਨਾਂ ਵਿੱਚ ਇੰਨੀਆਂ ਕਲਾ ਨੇ ਗੁਰੂ ਪਿਆਰਿਓ, 14 ਕਲਾ ਨੇ ਉਹਨਾਂ ਦੇ ਵਿੱਚ। ਸੀ ਗਈ ਜੱਗੇ ਅੰਗ ਰਾਏ ਰਾਮ, ਤੇ ਰਮਾਇਣ ਦੇ ਵਿੱਚ ਲਿਖਿਆ ਕਿ ਗਰੜ ਪੰਛੀ ਨੇ ਇਹਨਾਂ ਦੀ ਜ਼ਹਿਰ ਉਤਾਰੀ। ਉਹ ਜਿਹੜੀ ਨਾਗ ਦੇ ਨਾਲ ਜ਼ਹਿਰ ਚੜ੍ਹ ਗਈ ਨਾ, ਨਾਗ ਦਾ ਜਿਹੜਾ ਵਾਰ ਕੀਤਾ ਸੀਗਾ ਗੁਰੂ ਪਿਆਰਿਓ, ਉਹਦੇ ਕਰਕੇ ਉਹ ਗਰੜ ਪੰਛੀ ਨੂੰ ਹਨੂਮਾਨ ਜੀ ਨੇ ਬੇਨਤੀ ਕੀਤੀ ਸੀ ਜਾ ਕੇ ਵੀ ਸਾਡੇ ਇਸ਼ਟ ਜਿਹੜੇ ਆ ਸ਼੍ਰੀ ਰਾਮ ਚੰਦਰ, ਉਹਨਾਂ ਦੇ ਉੱਪਰ ਵਾਰ ਕੀਤਾ ਇੰਦਰਜੀਤ ਨੇ, ਤੁਸੀਂ ਕਿਰਪਾ ਕਰਕੇ ਤੁਸੀਂ ਉਤਾਰ ਸਕਦੇ ਹੋ ਉਹਦਾ ਜ਼ਹਿਰ, ਤੁਸੀਂ ਕਿਰਪਾ ਕਰੋ। ਉਦੋਂ ਫਿਰ ਗਰੜ ਪੰਛੀ ਜਿਹੜਾ ਪੰਛੀ ਰਾਜ ਬਹੁਤ ਵੱਡਾ ਇਹ ਪੰਛੀ ਆ, ਪੰਛੀਆਂ ਦਾ ਰਾਜਾ, ਉਹ ਆਇਆ ਸੀਗਾ ਸੱਚਖੰਡ ਵਿੱਚੋਂ, ਉਹਨੇ ਆ ਕੇ ਉਤਾਰੀ ਸੀ ਜ਼ਹਿਰ। ਰਮਾਇਣ ਦੇ ਵਿੱਚ ਇਦਾਂ ਦਿਖਾਇਆ ਗਿਆ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਇੱਥੇ ਲਿਖਿਆ ਹੈ, ਸੀਤਾ ਜਿਹੜੀ ਆ ਨਾਗ ਮੰਤਰ ਪੜ੍ਹਦੀ ਹੋਈ ਉਹਨਾਂ ਕੋਲ ਗਈ, ਰਾਮ ਜੀ ਤੇ ਲక్ష్ਮਣ ਨੂੰ ਦੁਆਰਾ ਜੀਵਤ ਕਰਕੇ ਪ੍ਰਸੰਨ ਹੋਈ। ਜਦੋਂ ਸੀਤਾ ਰਣ ਭੂਮੀ ਵਿੱਚੋਂ ਚਲੀ ਗਈ, ਮਗਰੋਂ ਰਾਮ ਜੀ ਜਾਗੇ, ਉਹਨਾਂ ਨੇ ਅੰਗੜਾਈ ਲਈ ਆ, ਧਰਮ ਦੇ ਆਸਰੇ ਰੂਪ ਰਾਮ ਜੀ ਆਪਣੇ ਭਰਾਤਾ ਤੇ ਫੌਜ ਦੇ ਸਮੇਤ ਸੁਚੇਤ ਹੋ ਗਏ ਆ। ਉਸੇ ਵੇਲੇ ਧੌਂਸੇ ਵੱਜੇ ਆ, ਸੂਰਮਿਆਂ ਨੇ ਹਥਿਆਰ ਚੁੱਕ ਲਏ ਆ ਫਿਰ, ਤੇ ਵੱਜੇ ਸੁਨਾਦ ਗੱਜੇ ਸੋ ਵੀਰ, ਸਜੇ ਹਥਿਆਰ ਭੱਜੇ ਅਤੀਰ। ਸੂਰਮੇ ਸਾਵਧਾਨ ਹੋ ਗਏ, ਤੀਰ ਬਰਸਾਉਣ ਲੱਗੇ। ਤਾਂ ਇਹ ਮਹਾਰਾਜ ਵੀਰ ਰਸ ਭਰਨ ਲਈ, ਸਿੰਘਾਂ ਦੇ ਵਿੱਚ ਨਾ ਜੋਸ਼ ਭਰਨ ਲਈ ਇਹ ਕਥਾ ਕਹਿ ਰਹੇ ਆ ਵੀ ਇਦਾਂ ਜੰਗ ਦਾ ਇਦਾਂ ਮਾਹੌਲ ਹੁੰਦਾ। ਕਲਗੀਧਰ ਜੀ ਕਹਿੰਦੇ ਹੁਣ ਮੇਘਨਾਥ ਦੀ ਕਥਾ ਸੁਣੋ। ਉਹ ਹੁਣ ਬੇਫਿਕਰਾ ਹੋ ਗਿਆ, ਉਹਨੂੰ ਲੱਗਾ ਵੀ ਮੈਂ ਆਪਦਾ ਕੰਮ ਕਰ ਦਿੱਤਾ। ਹੁਣ ਉਹ ਨਾ ਲੰਕਾ ਦੇ ਪੱਛਮ ਦੇ ਵੱਲ ਨਿਕੁੰਭਲ ਨਾਮ ਦੀ ਇੱਕ ਗੁਫਾ, ਇਹਦੇ ਵਿੱਚ ਭੱਦਰ ਕਾਲੀ ਦੇਵੀ ਦੀ ਮੂਰਤੀ ਆ। ਉਹ ਗੁਫਾ ਦੇ ਨਾਲ ਸੰਬੰਧ ਹੋਣ ਕਰਕੇ ਉਹਨੂੰ ਨਿਕੁੰਭਨਾ ਵੀ ਕਹਿੰਦੇ ਆ ਉਹਦਾ ਨਾਮ। ਮੇਘਨਾਥ ਉਹਦੀ ਪੂਜਾ ਕਰਕੇ ਤੇ ਵਰ ਲਿਆ ਕਰਦਾ ਸੀਗਾ, ਉਹ ਦੇਵੀ ਦੀ ਪੂਜਾ ਕਰਦਾ ਸੀਗਾ, ਕਿਉਂਕਿ ਇਹਨਾਂ ਨੇ ਵਰ ਲੈਣੇ ਹੁੰਦੇ ਆ, ਦੇਵੀ ਦੇਵਤੇ ਵਰ ਦਿੰਦੇ ਆ, ਪ੍ਰਮਾਤਮਾ ਮੁਕਤੀ ਦਿੰਦਾ ਜਨਮ ਮਰਨ ਤੋਂ। ਇਹ ਫਿਰ ਇਹਨਾਂ ਚੀਜ਼ਾਂ ਨੂੰ ਮੰਨਦੇ ਆ। ਫਿਰ ਉਹਨੇ ਉਹਨਾਂ ਤੋਂ ਵਰ ਲੈ ਲਿਆ, ਲਗ ਵੀਰ ਤੀਰ ਲੰਕੇਸ਼ ਆਣ, ਇਮ ਕਹਿ ਬਾਣ ਤਜ ਭਰਾਤ ਕਾਣ। ਛੋਟੇ ਭਰਾ ਲక్ష్మణ ਦੇ ਕੋਲ ਆ ਕੇ ਵਿਭੀਸ਼ਣ ਨੇ ਕਿਹਾ ਇਹ ਮੌਕਾ ਹੈ ਮਹਾਬਲੀ ਇੰਦਰ ਨੂੰ, ਇੰਦਰਜੀਤ ਨੂੰ ਜਿੱਤਣ ਦਾ। ਹੁਣ ਮੇਘਨਾਥ ਤੁਹਾਡੇ ਹੱਥ ਵਿੱਚ ਆਇਆ ਹੋਇਆ, ਕਿਉਂਕਿ ਉਹ ਹੁਣ ਦੇਵੀ ਦੀ ਪੂਜਾ ਕਰਨ ਗਿਆ ਹੋਇਆ। ਉਹ ਉਦੋਂ ਨਾ ਸ਼ਕਤੀਹੀਨ ਹੁੰਦਾ ਥੋੜ੍ਹਾ ਜਿਹਾ, ਉਦੋਂ ਉਹਨੂੰ ਮਾਰਿਆ ਜਾ ਸਕਦਾ। ਹੁਣ ਵਿਭੀਖਣ ਜਿਹੜਾ ਹੈ ਉਹਨੂੰ ਸਾਰੀ ਇਕੱਲੀ ਖਬਰ ਆ ਵੀ ਰਾਵਣ ਨੂੰ ਕਿਵੇਂ ਮਾਰਿਆ ਜਾ ਸਕਦਾ। ਤਾਂ ਹੀ ਆਪਾਂ ਕਹਿੰਦੇ ਵੀ ਕਿਸੇ ਨੂੰ ਬਾਹਲਾ ਭੇਤ ਨਹੀਂ ਦੇਣਾ ਚਾਹੀਦਾ, ਬੰਦਾ ਕਮਜ਼ੋਰ ਹੋ ਜਾਂਦਾ ਇਹਦੇ ਨਾਲ। ਵਿਭੀਖਣ ਦੀ ਗੱਲ ਸੁਣ ਕੇ ਜਿਹੜੇ ਲక్ష్మణ ਜੀ ਨੇ ਤੇ ਉਹ ਉੱਥੇ ਜਲਦੀ ਚਲੇ ਜਾਂਦੇ ਆ। ਉਹ ਮੇਘਨਾਥ ਦੇਖੋ ਪੂਜਾ ਕਿਵੇਂ ਕਰਦਾ ਸੀਗਾ। ਕਲਗੀਧਰ ਜੀ ਦੱਸਦੇ ਆ ਵੀ ਨਿਜ ਮਾਸ ਕਾਟ ਕਰ ਕਰਤ ਹੋਮ, ਆਪਦਾ ਮਾਸ ਥੋੜਾ ਕੱਟ ਕੇ ਹੋਮ ਨੇਮ ਕਰਦਾ ਸੀਗਾ, ਜਿਹਦੀ ਕਰਨੀ ਵੇਖ ਕੇ ਧਰਤੀ ਕੰਬ ਰਹੀ ਸੀ, ਦੇਵਤੇ ਹੈਰਾਨ ਹੋ ਰਹੇ ਸੀਗੇ। ਇਹ ਸੁਣਦੇ ਹੀ ਰਾਮ ਜੀ ਦੇ ਭਰਾਤਾ ਲక్ష్మణ ਉੱਥੇ ਚਲੇ ਜਾਂਦੇ ਆ। ਉਹਨਾਂ ਨੇ ਹੱਥ ਵਿੱਚ ਧਨੁੱਖ ਫੜਿਆ ਹੋਇਆ, ਲੱਕ ਦੇ ਨਾਲ ਪੱਥਾ ਬੱਧਾ ਹੋਇਆ, ਜਿੱਦਾਂ ਤੁਸੀਂ ਇਹਨਾਂ ਦੀਆਂ ਤਸਵੀਰਾਂ ਵੀ ਵੇਖਦੇ ਹੋ। ਇਹ ਸਾਦਗੀ ਵਿੱਚ ਹੁੰਦੇ ਆ, ਤੇ ਉਸ ਤੋਂ ਬਾਅਦ ਇਹਨਾਂ ਨੇ ਤੀਰ ਕਮਾਨ ਹੱਥ ਵਿੱਚ ਫੜੇ ਹੁੰਦੇ ਆ। ਉਵੇਂ ਇੱਧਰ ਮੇਘਨਾਥ ਨੇ ਦੇਵੀ ਨੂੰ ਪ੍ਰਗਟ ਕਰਨ ਲਈ ਜਾਪ ਆਰੰਭ ਕੀਤਾ। ਚਿੰਤੀ ਸੋ ਚਿਤ ਦੇਵੀ ਪ੍ਰਚੰਡ, ਅਰਹਣਿਓ ਬਾਣ ਕੀਨੋ ਦੁਖੰਡ। ਉਧਰ ਲక్ష్మణ ਨੇ ਅਜਿਹੀ ਦਸ਼ਾ ਵਿੱਚ ਪਹੁੰਚ ਕੇ ਤੀਰ ਮਾਰਿਆ, 2 ਟੋਟੇ ਕਰ ਦਿੱਤੇ, 2 ਟੋਟੇ ਕਰਤੇ। ਰਿਪ ਫਿਰੇ ਮਾਰ ਦੋ ਦੰਭ ਵਜਾਏ, ਉਤ ਭਜੇ ਦੀਤ ਦਲਪਤ ਜੁਜਾਏ। ਤੇ ਇਹਨੂੰ ਮਾਰ ਕੇ ਜਿੱਤ ਦੇ ਧੌਂਸੇ ਵਜਾਏ ਆ। ਪਿੱਛੇ ਨੂੰ ਫਿਰ ਮੁੜਿਆ ਏ ਲక్ష్మణ। ਉਧਰ ਦੈਂਤ ਆਪਣੇ ਸੈਨਾਪਤੀ ਮੇਘਨਾਦ ਨੂੰ ਮਰਵਾ ਕੇ ਲੰਕਾ ਦੇ ਵੱਲ ਭੱਜ ਗਏ। ਦੇਖੋ ਇਸ ਤਰ੍ਹਾਂ ਜਿਹੜਾ ਲక్ష్మణ ਹੈ ਉਹਨਾਂ ਨੇ ਮੇਘਨਾਦ ਦਾ ਵੱਧ ਕੀਤਾ। ਮਾਰਿਆ ਉਹਨਾਂ ਨੇ ਹੀ ਹੈ, ਪਰ ਮਾਰਿਆ ਕਿਵੇਂ? ਜਦੋਂ ਵਿਭੀਸ਼ਣ ਨੇ ਦੱਸਿਆ ਵੀ ਇਸ ਤਰ੍ਹਾਂ ਉਹਦੀ ਸ਼ਕਤੀ ਥੜੀ ਨਾ, ਜਦੋਂ ਪੂਜਾ ਕਰਦਾ ਉਦੋਂ ਉਹਨੂੰ ਮਾਰਿਆ ਜਾ ਸਕਦਾ।
ਪਰ ਜੰਗ ਦੇ ਮੈਦਾਨ 'ਚ ਉਹਨੂੰ ਮਾਰਿਆ ਨਹੀਂ ਜਾ ਸਕਦਾ, ਏਡਾ ਬਲੀ ਆ। ਕਿਉਂਕਿ ਉਹਨੇ ਰਾਮਚੰਦਰ ਤੇ ਲਛਮਣ ਦੋਨਾਂ ਨੂੰ ਹੀ ਉਹ ਨਾਗ ਵਾਲਾ ਹਥਿਆਰ ਵਰਤ ਕੇ ਨਾ, ਕਲਾ ਸੀਗੀ ਉਹਦੇ ਕੋਲ ਕੋਈ, ਜਿਹਦੇ ਕਰਕੇ ਧਰਤੀ ਤੇ ਸੁੱਟ ਦਿੱਤਾ ਸੀਗਾ। ਫਿਰ ਰਮਾਇਣ ਦੇ ਵਿੱਚ ਲਿਖਿਆ ਗਰੜ ਪੰਛੀ ਨੇ ਆ ਕੇ ਉਹਨਾਂ ਨੂੰ ਠੀਕ ਕੀਤਾ, ਸ਼੍ਰੀ ਰਾਮ ਜੀ ਤੇ ਲਛਮਣ ਨੂੰ। ਕਲਗੀਧਰ ਜੀ ਇਹ ਕਹਿ ਰਹੇ ਆ ਕਿ ਮਾਤਾ ਸੀਤਾ ਜੀ ਨੇ ਇੱਦਾਂ ਦੀ ਕੋਈ ਮੰਤਰ ਪੜ੍ਹਿਆ, ਨਾਗ ਮੰਤਰ, ਨਾਗਾਂ ਨੂੰ ਵਸ 'ਚ ਕਰਨ ਵਾਲਾ, ਜਿਹਦੇ ਕਰਕੇ ਉਹ ਨਾਗ ਉਹਨਾਂ ਨੂੰ ਛੱਡ ਕੇ ਭੱਜ ਗਏ। ਫਿਰ ਉਹਨਾਂ ਨੂੰ ਮੁਕਤੀ ਮਿਲ ਗਈ ਉਹ ਨਾਗਾਂ ਤੋਂ। ਮਾਤਾ ਸੀਤਾ ਦੀ ਕਲਾ ਇੱਥੇ ਗੁਰੂ ਸਾਹਿਬ ਜੀ ਨੇ ਦੱਸੀ ਆ। ਤਾਂ ਇਹ ਕਈ ਵਾਰ ਇਤਿਹਾਸ ਦੀ ਜਿਹੜੀ ਖੋਜ ਹੁੰਦੀ ਆ ਉਹਦੇ ਵਿੱਚ ਫਰਕ ਪੈ ਜਾਂਦਾ। ਹੁਣ ਗੁਰੂ ਸਾਹਿਬ ਦੇ ਇਤਿਹਾਸ ਵਿੱਚ ਵੀ ਇੱਦਾਂ ਹੀ ਆ, ਕਈ ਵਾਰ ਜਿਹੜੇ ਮਤਾਵਾਂ ਦੇ ਨਾਂ ਉਹਨਾਂ 'ਚ ਫਰਕ ਪੈ ਜਾਂਦਾ। ਜਿਹੜੇ ਸੰਨ ਹੁੰਦੇ ਆ, ਈਸਵੀ ਹੁੰਦੇ ਆ, ਬਿਕਰਮੀ ਸੰਮਤ ਹੁੰਦੇ ਆ, ਉਹਨਾਂ 'ਚ ਫਰਕ ਪੈ ਜਾਂਦਾ ਤਰੀਕਾਂ 'ਚ। ਉਹ ਜਗ੍ਹਾ ਪੂਰੀ ਨਹੀਂ ਲੱਭਦੀ ਵੀ ਇੱਥੇ ਹੀ ਸੀਗੀ, ਥੋੜ੍ਹੀ ਕਈ ਵਾਰ ਇੱਧਰ ਉੱਧਰ ਹੋ ਜਾਂਦਾ, ਫਰਕ ਹੁੰਦਾ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਨਾ ਕਹਿ ਸਕਦੇ ਹਾਂ ਉਹ ਗਲਤ ਆ, ਨਾ ਆਪਾਂ ਕਹਿ ਸਕਦੇ ਹਾਂ ਵੀ ਇਹ ਮਹਾਰਾਜ ਜੀ ਦਾ ਲਿਖਿਆ ਹੋਇਆ ਗਲਤ। ਤਾਂ ਕੁਝ ਚੀਜ਼ਾਂ ਵਿੱਚ ਮਤਭੇਦ ਹੁੰਦੇ ਹੀ ਆ ਮਾੜੇ ਮੋਟੇ। ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਇਹ ਚੀਜ਼ਾਂ ਮਿੱਥ ਹੋ ਗਈਆਂ, ਇਹ ਚੀਜ਼ਾਂ ਕੂੜ ਹੋ ਗਈਆਂ। ਦੂਸਰੇ ਧਰਮਾਂ ਦੀ ਇੱਜ਼ਤ ਸਾਨੂੰ ਕਰਨੀ ਕਦੋਂ ਆਊਗੀ ਗੁਰਸਿੱਖ ਪਿਆਰਿਓ? ਕਦੋਂ ਅਸੀਂ ਦੂਜੇ ਧਰਮਾਂ ਦੀ ਇੱਜ਼ਤ ਸਤਿਕਾਰ ਕਰਾਂਗੇ? ਇਸ ਕਰਕੇ ਜੇ ਤਾਂ ਪ੍ਰੇਮ ਵਧਾਉਣਾ ਨਾ, ਫਿਰ ਤਾਂ ਸਾਨੂੰ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਪੈਣਾ। ਤਾਂ ਇਹ ਮੇਘਨਾਦ ਦੀ ਜਿਹੜੀ ਕਥਾ 10ਵੇਂ ਗ੍ਰੰਥ ਵਿੱਚ ਦਰਜ ਹੈ, ਇਹ ਗੁਰਸਿੱਖ ਪਿਆਰਿਓ ਰਾਮ ਅਵਤਾਰ ਵਿੱਚੋਂ ਗਾਂਹ ਉਹਦਾ ਭਾਗ ਆ। ਪੂਰੀ ਕਥਾ ਤਾਂ ਬਹੁਤ ਵੱਡੀ ਆ ਸ਼੍ਰੀ ਰਾਮਚੰਦਰ ਦੀ, ਕਿਸ ਤਰ੍ਹਾਂ ਉਹਨਾਂ ਨੇ ਬਨਵਾਸ ਧਾਰਨ ਕੀਤਾ, ਕਿਵੇਂ 14 ਸਾਲਾਂ ਦਾ ਬਨਵਾਸ ਕੱਟਿਆ, ਕਿਵੇਂ ਮਾਤਾ ਸੀਤਾ ਜੀ ਦਾ ਹਰਣ ਹੋਇਆ। ਰਾਵਣ ਬਾਰੇ ਵੀ ਕੁਝ ਵਿਚਾਰ ਆਉਂਦੇ ਆ, ਤੇ ਹਨੂਮਾਨ ਦੀ ਕਥਾ ਵੀ ਆਉਂਦੀ ਆ ਵੀ ਜਦੋਂ ਲੰਕਾ ਜਦੋਂ ਉਹਨਾਂ ਨੇ ਜਾ ਕੇ ਤੇ ਕਿਸ ਤਰ੍ਹਾਂ ਉੱਥੇ ਸਾਰਾ ਕੁਝ ਸਾੜ ਦਿੱਤਾ। ਅੰਗਦ ਦੀ ਕਥਾ ਵੀ ਆਉਂਦੀ ਹੈ, ਅੰਗਦ ਦੀ ਕਥਾ ਵੀ ਆਉਂਦੀ ਹੈ। ਹੋਰ ਵੀ ਕ੍ਰਿਸ਼ਨਾ ਅਵਤਾਰ ਵੀ ਆ, ਬਹੁਤ ਅਵਤਾਰ ਆ। ਤਾਂ ਇਹ 10ਵੇਂ ਗ੍ਰੰਥ ਵਿੱਚੋਂ ਜਿਹੜੀਆਂ ਗੱਲਾਂ ਹਨ ਤੇ ਉਹਨਾਂ ਨੂੰ ਤੁਸੀਂ ਬਿਲਕੁਲ ਜੇ ਕੱਟੋਗੇ ਤੇ ਉਹ ਤਾਂ ਫਿਰ ਭਾਵ ਕਿ ਤੁਸੀਂ 6ਵੇਂ 7ਵੇਂ 8ਵੇਂ 9ਵੇਂ ਗੁਰੂ, ਉਹਨਾਂ ਦਾ ਨਾਮ ਤਾਂ ਫਿਰ 10ਵੇਂ ਗ੍ਰੰਥ ਵਿੱਚ ਹੀ ਆ। ਖੰਡੇ ਦੀ ਪੌਲ ਲੈਣ ਸਮੇਂ ਜਿਹੜੀਆਂ ਬਾਣੀਆਂ ਪੜ੍ਹੀਆਂ ਜਾਂਦੀਆਂ ਉਹ ਵੀ 10ਵੇਂ ਗ੍ਰੰਥ ਵਿੱਚ ਹੀ ਆ। ਅਰਦਾਸ ਸਾਡੀ 10ਵੇਂ ਗ੍ਰੰਥ ਵਿੱਚੋਂ ਆ। ਕੀ ਕੱਟੋਗੇ, ਕਿੱਧਰ ਨੂੰ ਜਾਓਗੇ ਤੁਸੀਂ? ਤਾਂ ਕੁਝ ਚੀਜ਼ਾਂ ਨੂੰ ਥੋੜ੍ਹਾ ਸੋਚੀਦਾ ਹੁੰਦਾ ਆਪਦੇ ਦਿਮਾਗ ਨਾਲ, ਕਿਸੇ ਦੇ ਪਿੱਛੇ ਵੀ ਨਹੀਂ ਲੱਗੀਦਾ ਹੁੰਦਾ। ਮੈਂ ਕਹਿ ਰਿਹਾ ਮੇਰੀ ਵੀ ਗੱਲ ਨੂੰ ਤੁਸੀਂ ਸੱਚ ਨਾ ਮੰਨੋ, ਆਪ ਲਿਆ ਕੇ ਗ੍ਰੰਥ ਪੜ੍ਹੋ ਇਹ। ਪਰ ਉਹ ਗਿਆਨ ਦੀ ਕਮਾਈ ਲਈ ਵੱਖਰੇ ਯਤਨ ਕਰਨੇ ਪੈਂਦੇ ਆ, ਉਹਦੇ ਲਈ ਸਾਨੂੰ ਉਦਮ ਕਰਨਾ ਪੈਂਦਾ। ਉਦਮ ਅਸੀਂ ਕਰਨਾ ਨਹੀਂ, ਸੁਣੀਆਂ ਸੁਣਾਈਆਂ ਗੱਲਾਂ ਅਸੀਂ ਕਰ ਦੇਣੀਆਂ। ਤਾਂ ਮੈਂ ਇਹ ਸਾਰੀਆਂ ਚੀਜ਼ਾਂ ਆਪਣੇ ਕੋਲੋਂ ਥੋੜ੍ਹੀ ਕਹੀਆਂ, ਜੋ ਸਾਡੇ ਗ੍ਰੰਥਾਂ ਵਿੱਚ ਜੋ ਵਿਦਵਾਨ ਹਨ ਉਹਨਾਂ ਨੇ ਇਹਦੇ ਅਰਥ ਕੀਤੇ ਹੋਏ ਆ। ਪੰਡਿਤ ਲੋਕ ਨੇ, ਪੰਡਿਤ ਤੋਂ ਭਾਵ ਹੁੰਦਾ ਵਿਦਵਾਨ, ਪੰਡਿਤ ਤੋਂ ਭਾਵ ਬ੍ਰਾਹਮਣ ਨਹੀਂ ਹੁੰਦਾ। ਪੰਡਿਤ ਤੋਂ ਭਾਵ ਹੈ ਵਿਦਵਾਨ। ਵਿਦਵਾਨ ਜਿਹੜੇ ਹੁੰਦੇ ਆ ਪੜ੍ਹੇ ਲਿਖੇ ਸੂਝਵਾਨ, ਉਹਨਾਂ ਨੇ ਭਾਈ 10ਵੇਂ ਗ੍ਰੰਥ ਸਾਹਿਬ ਜੀ ਦੇ ਅਰਥ ਕੀਤੇ ਆ। ਤਾਂ ਉਹ ਅਰਥ ਜਿਹੜੇ ਨੇ ਉਹ ਤੁਸੀਂ ਪੜ੍ਹ ਸਕਦੇ ਹੋ। ਜੇ ਤੁਹਾਨੂੰ ਸ਼ੰਕਾ ਹੀ ਆ, ਜੇ ਤੁਹਾਡੇ ਮਨ ਵਿੱਚ ਇੰਨੀ ਸ਼ੰਕਾ, ਤਾਂ ਇਹਨਾਂ ਗ੍ਰੰਥਾਂ ਨੂੰ ਘਰੇ ਲਿਆ ਕੇ ਤੁਸੀਂ ਆਪ ਖੋਜੋ, ਆਪ ਪੜ੍ਹੋ। ਆਪ ਕਿਉਂ ਨਹੀਂ ਤੁਸੀਂ ਪੜ੍ਹ ਰਹੇ? ਆਪਾਂ ਕਿਉਂ ਕਿਸੇ ਦੀਆਂ ਸੁਣਾਈਆਂ ਗੱਲਾਂ 'ਤੇ ਯਕੀਨ ਕਰੀ ਜਾਂਦੇ ਹਾਂ? ਮੈਂ ਤਾਂ ਕਹਿ ਰਿਹਾ ਮੇਰੀ ਗੱਲ 'ਤੇ ਵੀ ਆਪ ਜੀ ਯਕੀਨ ਨਾ ਕਰੋ, ਆਪ ਲਿਆ ਕੇ ਪੜ੍ਹੋ। ਆਪ ਜੀ ਨੂੰ ਪਤਾ ਲੱਗੇਗਾ ਵੀ ਕੀ ਕਿਸ ਤਰ੍ਹਾਂ ਹੈ। ਅਸੀਂ ਉਹ ਗ੍ਰੰਥ ਨੂੰ ਨਹੀਂ ਮੰਨਦੇ, ਅਸੀਂ ਇਹ ਗ੍ਰੰਥ ਨੂੰ ਨਹੀਂ ਮੰਨਦੇ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਆਪਣਾ ਗੁਰੂ ਮੰਨਦੇ ਹਾਂ। ਉਹ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਪਦਾ ਗੁਰੂ ਨਹੀਂ ਮੰਨਦੇ ਅਸਲ ਵਿੱਚ। ਤਾਂ ਇਹ ਗੱਲ ਆ ਵੀ ਤੁਹਾਡੇ ਵਿੱਚ ਹਉਮੈ ਹੀ ਇੰਨੀ ਆ ਵੀ ਤੁਸੀਂ ਆਪਣੀ ਹਉਮੈ ਨੂੰ ਹੀ ਗੁਰੂ ਮੰਨਦੇ ਹੋ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਬਹੁਤ ਪ੍ਰੇਮ ਦੀਆਂ ਗੱਲਾਂ ਨੇ, ਬਹੁਤ ਪ੍ਰੇਮ ਦੀਆਂ ਗੱਲਾਂ। ਅਸੀਂ ਤਾਂ ਗੁਰਸਿੱਖ ਪਿਆਰਿਓ ਉਹ ਲੋਕ ਹਾਂ ਜਿਨ੍ਹਾਂ ਨੇ ਕਦੇ ਆਪਦੀ ਹਉਮੈ ਜਿਹੜੀ ਆ, ਹਉਮੈ ਇਹਨੂੰ ਪਾਰ ਲੰਘ ਕੇ ਕਦੇ ਸੋਚਿਆ ਹੀ ਨਹੀਂ, ਹਉਮੈ ਨੂੰ ਛੱਡ ਕੇ। ਵੱਡੇ ਵੱਡੇ ਜਿਹੜੇ ਆ ਇੱਥੇ ਹਸਤੀਆਂ ਆ ਕੇ ਮਿਟ ਗਈਆਂ, ਬਹੁਤ ਕੁਝ ਹੋ ਗਿਆ। ਦੁਨੀਆ ਪਤਾ ਹੀ ਨਹੀਂ ਕਿੰਨੀ ਕੁ ਵਾਰ ਬਣੀ ਆ। ਮਹਾਰਾਜ ਦੀ ਬਾਣੀ ਕਹਿੰਦੀ ਕਿੰਨੀ ਕੁ ਵਾਰ ਇਹ ਮਿਟੀ ਆ, ਕਿੰਨੀ ਕੁ ਵਾਰ ਫਿਰ ਦੁਬਾਰਾ ਤੋਂ ਬਣੀ ਆ। ਅਥਾਹੀ ਕੋਈ ਨਹੀਂ ਉਹ ਪਰਮਾਤਮਾ ਦਾ, ਪਤਾ ਹੀ ਨਹੀਂ। ਉਹ ਨੀਕੀ ਕੀਰੀ ਮੈਂ ਕੱਲ ਰੱਖੈ, ਭਸਮ ਕਰੇ ਲਸ਼ਕਰ ਕੋਟ ਲੱਖ ਹੈ। ਇੱਕ ਨਿੱਕੀ ਜਿਹੀ ਕੀੜੀ ਵਿੱਚੋਂ ਤਾਕਤ ਪਾ ਦੇਵੇ, ਲੱਖਾਂ ਬੰਦਿਆਂ ਨੂੰ ਉਹ ਤਬਾਹ ਕਰ ਸਕਦੀ ਹੈ। ਇੱਕ ਵਾਇਰਸ ਹੀ ਹੁੰਦਾ ਛੋਟਾ ਜਿਹਾ। ਜੀਵ ਜੱਗ ਸਰਾਂ ਮੁਸਾਫਰਾਂ ਦੀ, ਉਹ ਦਿਨ ਕੱਟ ਕੇ ਭਲੇ ਤੇ ਬੁਰੇ ਜਾਂਦੇ।
ਉਹ ਜੀਵ ਜਗ ਸਰਾਂ ਮੁਸਾਫਰਾਂ ਦੀ, ਦਿਨ ਕੱਟ ਕੇ ਭਲੇ ਤੇ ਬੁਰੇ ਜਾਂਦੇ। ਕਈ ਜੀਵ ਜਨਮ ਇੱਥੇ ਲੈਣ ਆ ਕੇ, ਕਈ ਇਸ ਜਹਾਨ 'ਚ ਤੁਰੇ ਜਾਂਦੇ। ਉਹ ਕਈ ਫਲ ਦੇ ਚੇਤ ਦੀ ਰੁੱਤ ਵਾਂਗੂ, ਕਈ ਵਾਂਗ ਪਤਾਸਿਆਂ ਖੁਰੇ ਜਾਂਦੇ। ਫੜ ਗੁਰੂ ਦੇ ਚਰਨ ਦਰਬਾਰ ਸਿੰਘਾ, ਇੱਥੋਂ ਮਨਮੁਖ ਬਹੁਤ ਨਿਗੁਰੇ ਜਾਂਦੇ। ਫੜ ਗੁਰੂ ਦੇ ਚਰਨ ਦਰਬਾਰ ਸਿੰਘਾ, ਇੱਥੋਂ ਮਨਮੁਖ ਬਹੁਤ ਨਿਗੁਰੇ ਜਾਂਦੇ। ਬੜੇ ਨਿਗੁਰੇ ਹਨ ਭਾਈ, ਆਪਦੇ ਆਪ ਨੂੰ ਹੀ ਗੁਰੂ ਮੰਨਦੇ ਆ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਇੰਨਾ ਸਮਾਂ ਹੀ ਨਹੀਂ ਸੀ ਉਹ ਕੋਈ ਗ੍ਰੰਥ ਲਿਖ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਉਹ ਗੁਰਤਾ ਗੱਦੀ ਵੀ ਕਿਵੇਂ ਦੇ ਗਏ? ਉਹਨਾਂ ਕੋਲ ਇੰਨਾ ਸਮਾਂ ਹੀ ਨਹੀਂ ਸੀ। ਕੱਲ ਨੂੰ ਤੁਸੀਂ ਇਹ ਕਹੋਗੇ ਗੁਰੂ ਗੋਬਿੰਦ ਸਿੰਘ ਜੀ ਨੇ 52 ਕਵੀ ਰੱਖ ਲਏ, ਉਹ ਝੂਠ ਹੋਣਾ। ਫਿਰ ਤੁਸੀਂ ਤਾਂ ਇਹ ਵੀ ਕਹੋਗੇ ਕਿ ਗੁਰੂ ਕੋਲ ਇੰਨਾ ਕੋਈ ਸਮਾਂ ਹੀ ਹੈ ਨਹੀਂ ਸੀਗਾ। ਗੁਰੂ ਕੋਲ ਇੰਨਾ ਸਮਾਂ ਹੀ ਨਹੀਂ ਸੀਗਾ ਵੀ 52 ਕਵੀ ਰੱਖੂਗਾ, ਵੀ ਉਹਨਾਂ ਤੋਂ ਕਥਾ ਵੀ ਸੁਣੂਗਾ, ਕਵਿਤਾ ਵੀ ਸੁਣੂਗਾ, ਸਭ ਕੁਝ ਕਰਨਗੇ, ਵਿਆਖਿਆ ਵੀ ਸੁਣਨਗੇ। ਗੁਰੂ ਕੋਲ ਇੰਨਾ ਸਮਾਂ ਕਿੱਥੇ? ਗੁਰੂ ਸਾਹਿਬ ਜੀ ਨੇ ਸਾਡੇ ਵਾਂਗੂ 8-8 9-9 ਘੰਟੇ 10-10 ਘੰਟੇ ਸੌਂਦੇ ਸੀ ਮਹਾਰਾਜ। ਉਹਨਾਂ ਨੇ ਤਾਂ ਆਪਦੀ 42 ਜਿਹੜੀ ਸਾਲ ਦੀ ਉਮਰ ਆ ਉਹਨੂੰ ਦੁੱਗਣਾ ਜਿਉਇਆ, ਦੁੱਗਣਾ ਮਾਣਿਆ ਉਹਨਾਂ ਨੂੰ ਗੁਰਸਿੱਖ ਪਿਆਰਿਓ। ਨਾਲੇ ਜਿਹੜੀ ਹੁੰਦੀ ਆ ਨਾ ਕੰਡਿਆਂ ਦੀ ਉਮਰ ਹੁੰਦੀ ਆ ਉਹ ਬਾਹਲੀ ਹੁੰਦੀ ਆ, ਫੁੱਲਾਂ ਦੀ ਉਮਰ ਥੋੜ੍ਹੀ ਕੋਈ ਹੁੰਦੀ ਆ, ਤੇ ਫੁੱਲਾਂ ਨੇ ਖੁਸ਼ਬੂ ਵੰਡਣੀ ਹੁੰਦੀ ਆ। ਗੁਰੂ ਸਾਹਿਬ ਜੀ ਦਾ ਉਮਰ ਦੇ ਨਾਲ ਜਾਂ ਸਮੇਂ ਦੇ ਨਾਲ ਕੋਈ ਤਾਲੁਕਾਤ ਨਹੀਂ। ਨਾ ਸਮੇਂ 'ਚ ਜਿਹੜੀ ਚੀਜ਼ ਬਣਦੀ ਆ ਸਮੇਂ 'ਚ ਵੱਧਦੀ ਆ, ਸਮੇਂ 'ਚ ਮਿਟਦੀ ਆ, ਖਤਮ ਵੀ ਹੋ ਜਾਂਦੀ ਆ। ਗੁਰੂ ਸਾਹਿਬ ਸਮੇਂ 'ਚ ਨਹੀਂ ਹੈਗੇ, ਗੱਲ ਚੇਤੇ ਰੱਖਿਓ। ਸਮੇਂ ਦੇ ਬੰਧਨ ਸਾਨੂੰ ਆ, ਮਾਲਕ ਨੂੰ ਸਮੇਂ ਦਾ ਬੰਧਨ ਨਹੀਂ ਹੁੰਦਾ। ਥੋੜ੍ਹਾ ਬਹੁਤਾ ਨਾ ਇਸ ਤਰ੍ਹਾਂ ਭਾਈ ਸੋਚਿਆ ਕਰੋ। ਮਹਾਰਾਜ ਨੇ ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਣ। ਅਕਲ ਦਿੱਤੀ ਆ ਰੱਬ ਨੇ ਸਾਨੂੰ। ਜਿਹੜਾ ਬੰਦਾ ਮਾੜਾ ਮੋਟਾ ਇਸ ਤਰ੍ਹਾਂ ਸਾਨੂੰ ਸਿਖਾਉਂਦਾ, ਕੁਝ ਕਹਿੰਦਾ ਸਾਨੂੰ, ਜਾਂ ਮਹਾਂਪੁਰਖ ਜਿਹੜੇ ਹਨ ਉਹ ਦੱਸਦੇ ਆ, ਉਹ ਸਾਨੂੰ ਚੰਗੇ ਨਹੀਂ ਲੱਗਦੇ, ਚੰਗੇ ਨਹੀਂ ਲੱਗਦੇ, ਤਾਲਮੇਲ ਨਹੀਂ ਬਹਿੰਦਾ ਉਹਨਾਂ ਦੇ ਨਾਲ। ਤਾਂ ਇਹ ਮੇਘਨਾਥ ਦੀ ਕਥਾ ਸੀਗੀ ਜੋ ਗੁਰੂ ਸਾਹਿਬ ਜੀ ਨੇ ਉਹਦੇ ਥੋੜ੍ਹੀ ਬਹਾਦਰੀ ਬਾਰੇ ਵੀ ਦੱਸਿਆ, ਉਹਦੇ ਹੰਕਾਰ ਬਾਰੇ ਵੀ ਦੱਸਦਾ। ਤੇ ਬਾਅਦ ਵਿੱਚ ਉਹ ਦੇਵੀ ਨੂੰ ਮੰਨਦਾ ਸੀਗਾ। ਲਛਮਣ ਨੇ ਉਹਨੂੰ ਜਾ ਕੇ ਉੱਥੇ ਮਾਰ ਦਿੱਤਾ। ਤੇ ਗੁਰੂ ਸਾਹਿਬ ਜੀ ਇਸ ਤਰ੍ਹਾਂ ਕਹਿੰਦੇ, ਰਿਪ ਫੇਰੇ ਮਾਰ ਦੋ ਦੰਭ ਬਜਾਏ, ਉਤ ਭਜੇ ਦਈਤ ਦਲਪਤ ਜੁਝਾਏ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ। ਉਹ ਲਛਮਣ ਦਾ ਯੁੱਧ, ਤੇ ਉਧਰੋਂ ਇੰਦਰਜੀਤ, ਮੇਘਨਾਥ ਵੀ ਜਿਹਨੂੰ ਕਹਿੰਦੇ ਆ, ਮੇਘਨਾਦ ਵੀ ਕਹਿੰਦੇ ਆ, ਉਹਦਾ ਯੁੱਧ ਜਿਹੜਾ ਹੋਇਆ ਆਪਸ ਵਿੱਚ, ਤੇ ਇੱਧਰੋਂ ਫਤਿਹ ਪਾਈ ਆ। ਖੁਸ਼ੀ ਦਾ ਰੌਣਕਾਂ ਆ ਗਈਆਂ ਸਾਰਿਆਂ ਦੇ ਚਿਹਰਿਆਂ ਤੇ, ਬਾਂਦਰ ਸੈਨਾ ਤੇ। ਤਾਂ ਇਹ ਸਭ ਕੁਝ ਜੋ ਹੋਇਆ ਮਹਾਰਾਜ ਉਵੇਂ ਬਿਆਨ ਕਰੀ ਜਾਂਦੇ ਆ ਵੀ ਸਾਨੂੰ ਦੂਜੇ ਧਰਮਾਂ ਬਾਰੇ ਸਮਝ ਮਿਲੇ, ਸਾਨੂੰ ਦੂਜੇ ਧਰਮਾਂ ਬਾਰੇ ਜਾਣਕਾਰੀ ਮਿਲੇ, ਗਿਆਨ ਵਧੇ ਬੰਦੇ ਦਾ। ਗਿਆਨ ਦੀ ਕਮਾਈ ਲਈ ਹੋਰਾਂ ਧਰਮਾਂ ਨੂੰ ਵੀ ਪੜ੍ਹਨਾ ਪੈਂਦਾ। ਜਿਹੜਾ ਹੋਰਾਂ ਧਰਮਾਂ ਨੂੰ ਨਹੀਂ ਸੁਣ ਸਕਦਾ, ਜਦੋਂ ਆਪਾਂ ਨਾਮ ਸੁਣਦੇ ਹਾਂ ਦੇਵੀ ਦੇਵਤਿਆਂ ਦੇ, ਫਿਰ ਸਾਨੂੰ ਚੀਜ਼ਾਂ ਚੁੱਭਦੀਆਂ ਨੇ। ਇਹਦਾ ਮਤਲਬ ਵੀ ਅਸੀਂ ਨਫ਼ਰਤ ਕਰਦੇ ਹਾਂ, ਉਹਨਾਂ 'ਚ ਰੱਬ ਨਹੀਂ ਵਸਦਾ। ਗੁਰੂ ਪਿਆਰੇ ਜਿਹੜੇ ਸਨਾਤਨ ਧਰਮ ਦੇ ਲੋਕ ਨੇ ਉਹਨਾਂ 'ਚ ਰੱਬ ਨਹੀਂ ਵਸਦਾ। ਉਹਨਾਂ ਦੇ ਜਿਹੜੇ ਦੇਵੀ ਦੇਵਤੇ ਨੇ ਉਹ ਉਹਨਾਂ ਲਈ ਉਹੀ ਰੱਬ ਆ। ਜਿਵੇਂ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ, ਗੁਟਕਾ ਸਾਹਿਬ, ਪੋਥੀ ਸਾਹਿਬ ਸਾਡੇ ਲਈ ਇਹੀ ਪ੍ਰਮਾਤਮਾ ਨੇ, ਉਹਨਾਂ ਲਈ ਉਹੀ ਚੀਜ਼ਾਂ ਰੱਬ ਨੇ। ਉਹਨਾਂ ਨੂੰ ਉਹਨਾਂ ਦੀਆਂ ਚੀਜ਼ਾਂ ਮੁਬਾਰਕ ਨੇ, ਸਾਨੂੰ ਸਾਡੀਆਂ ਮੁਬਾਰਕ ਨੇ। ਅਸੀਂ ਉਹਨਾਂ ਵਿੱਚ ਦਖਲ ਅੰਦਾਜ਼ੀ ਨਾ ਕਰੀਏ, ਨਫ਼ਰਤ ਨਾ ਕਰੀਏ। ਨਫ਼ਰਤ ਪਹਿਲਾਂ ਹੀ ਬਹੁਤ ਆ ਧਰਤੀ ਤੇ, ਨਫ਼ਰਤ ਤਾਂ ਪਹਿਲਾਂ ਹੀ ਧਰਤੀ ਤੇ ਬਹੁਤ ਆ। ਗੱਲ ਤਾਂ ਪ੍ਰੇਮ ਕਰਨ ਦੀ ਸੀਗੀ। ਤਾਂ ਮੈਂ ਆਪ ਜੀ ਨੂੰ ਕਹਿ ਰਿਹਾ, ਸਤਿਗੁਰੂ ਜੀ ਇਹ ਕਹਿ ਰਹੇ ਆ, ਪ੍ਰਮਾਤਮਾ ਤੋਂ ਵੱਡਾ ਕੋਈ ਨਹੀਂ। ਸਿਮਰਨ ਕਿੰਨਾ ਕਰਦੇ ਹੋ, ਨਾਮ ਦਾ ਸਿਮਰਨ ਕਿੰਨਾ ਕਰਦੇ ਹੋ, ਅਭਿਆਸ ਕਿੰਨਾ ਤੁਹਾਡਾ? ਕਦੇ ਸੋਚੀ ਇਹ ਚੀਜ਼ ਵੀ ਮੌਤ ਨੇੜੇ ਆਈ ਜਾਂਦੀ ਆ, ਖੁਰੀ ਜਾਂਦੇ ਆ? ਸੋਚਿਆ ਕਰੋ ਥੋੜ੍ਹਾ ਜਿਹਾ। ਨਾਮ ਦਾ ਅਭਿਆਸ, ਸਿਮਰਨ ਦਾ ਅਭਿਆਸ ਕਿੰਨਾ? ਆਪਦੇ ਆਪ ਨਾਲ ਕਿੰਨਾ ਸਮਾਂ ਬਹਿੰਦੇ ਹੋ? ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਥੋੜ੍ਹਾ ਜਿਹਾ। ਇਹ ਦੇਵੀ ਦੇਵਤਿਆਂ ਦੀ ਨਿੰਦਿਆ ਛੱਡ ਕੇ ਤੇ ਆਪਣਾ ਜਿਹੜਾ ਆਪਦੇ ਵੱਲ ਥੋੜ੍ਹਾ ਖੋਜੋ ਵੀ ਅਸੀਂ ਕੀ ਕਰਦੇ ਹਾਂ। ਉਹ ਉਹਨਾਂ ਦਾ ਜੀਵਨ ਸੀਗਾ। ਜੇ ਉਹਨਾਂ ਨੇ ਹਉਮੈ ਵਿੱਚ ਕਰਮ ਕਮਾਇਆ, ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ। ਜੇ ਉਹਨਾਂ ਨੇ ਭਾਈ ਹਉਮੈ ਵਿੱਚ ਕਰਮ ਕਮਾਇਆ, ਤੁਸੀਂ ਵੀ ਹਉਮੈ 'ਚ ਹੀ ਹੋ ਵੀ ਉਹਨਾਂ ਨੂੰ ਨਿੰਦ ਕੇ ਵੀ ਅਸੀਂ ਆਪ ਵੱਡੇ ਹੋਣਾ। ਦੂਜੇ ਨੂੰ ਬੰਦਾ ਕਦੋਂ ਭੰਡਦਾ ਵੀ ਮੈਂ ਵੱਡਾ ਹੋ ਜਾ, ਮੈਂ ਵੱਡਾ ਹੋ ਜਾ, ਤਾਂ ਹੀ ਆਪਾਂ ਦੂਜਿਆਂ ਨੂੰ ਨਿੰਦਦੇ ਹੁੰਦੇ ਹਾਂ। ਹੋਰ ਆਪਾਂ ਕਿਉਂ ਨਿੰਦਦੇ ਹਾਂ? ਵੀ ਅਸੀਂ ਵੱਡੇ ਹੋ ਜਾਈਏ। ਇਹ ਚੀਜ਼ਾਂ ਨੂੰ ਭਾਈ ਛੱਡੋ। ਨਾਮ ਦਾ ਅਭਿਆਸ ਕਿੰਨਾ, ਵਾਹਿਗੁਰੂ ਮੰਤਰ ਦਾ ਅਭਿਆਸ ਕਿੰਨਾ ਤੁਹਾਡਾ? ਆਪਦੇ ਆਪ ਨਾਲ ਕਿੰਨਾ ਸਮਾਂ ਬਹਿੰਦੇ ਹੋ, ਕਿੰਨਾ ਸਮਾਂ ਆਪਦੇ ਆਪ ਨੂੰ ਦਿੰਦੇ ਹੋ? ਮਨ ਕਿਉਂ ਨਹੀਂ ਟਿਕਦਾ, ਮਨ ਕਿੱਧਰ ਨੂੰ ਜਾਂਦਾ? ਇਹਨਾਂ ਚੀਜ਼ਾਂ ਵੱਲ ਧਿਆਨ ਦਿਓ। ਭੁੱਲ ਚੁੱਕ ਦੀ ਖਿਮਾ, ਸੰਗਤ ਦੀ ਸ਼ਾਨ, ਸਤਿਗੁਰਾਂ ਦੀ ਸ਼ਾਨ, ਕਲਗੀਧਰ ਮਹਾਰਾਜ ਦੀ ਸ਼ਾਨ ਬੜੀ ਨਿਰਾਲੀ ਹੈ।
ਬੋਲਦਿਆਂ ਤੋਂ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਸਾਨੂੰ ਬਖਸ਼ ਲੈਣ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।